थोड़े दिन पहले यही गल कर रहे सीगे कि अजकल अपने कोले सारा कुछ हुंदा पर फिर भी बंदा खुश क्यों नहीं आ, है ना। छोटी जी सिचुएशन ते लैके असीं इन्ने ज़्यादा हाइपर ਜਾਂ पैनिक हो जाने आ भी सानूं लगदा है कि ओह हुण पता नहीं जिंदगी 'ਚ ਕੀ ਹੋ ਗਿਆ, है ना। ਪੈਸੇ ਵੀ ਹੈਗੇ ਨੇ ਸਾਡੇ ਕੋਲੇ, ਚੰਗੇ ਚੰਗੇ ਘਰ ਵੀ ਹੈਗੇ ਨੇ, ਫਿਰ ਵੀ ਤੁਹਾਨੂੰ ਲੱਗਦਾ ਵੀ ਆਪਾਂ ਕਿੰਨੀ ਵਾਰ ਮਹੀਨੇ 'ਚ ਮਹਿਸੂਸ ਕਰਦੇ ਆ ਕਿ ਅਸੀਂ ਖੁਸ਼ ਨਹੀਂ ਹੈਗੇ। ਆਪਾਂ ਸਾਰਾ ਦਿਨ ਲੰਘਾ ਕੇ ਕਈ ਵਾਰੀ ਸਾਨੂੰ ਮਹਿਸੂਸ ਹੋਣ ਲੱਗ ਜਾਂਦਾ ਵੀ ਅੱਜ ਦਾ ਦਿਨ ਵਧੀਆ ਨਹੀਂ ਲੰਘਿਆ ਹੈਗਾ। ਆਪਾਂ ਕਹਿੰਦੇ ਵੀ ਤਮਾ ਬੰਦੇ ਦੀ ਸਾਰੀ ਜ਼ਿੰਦਗੀ ਨਹੀਂ ਮੁੱਕਦੀ। ਜੇ ਤੁਸੀਂ ਇਹ ਕਹਿ ਦੋਗੇ ਨਾ ਵੀ ਮੈਂ ਜੇ ਇੱਥੇ ਕ ਪਹੁੰਚ ਜਾਂ ਇੰਨੇ ਕ ਪੈਸੇ ਕਮਾਉਣ ਲੱਗ ਜਾਂ ਮੇਰੀ ਜ਼ਿੰਦਗੀ 'ਚ ਆ ਕੋਈ ਚੀਜ਼ ਆ ਜਾਵੇ, ਹੈ ਨਾ, ਵੀ ਉਦੋਂ ਮੈਂ ਖੁਸ਼ ਹਾਂ, ਉਦੋਂ ਬਾਅਦ ਮੈਨੂੰ ਕੁਛ ਨਹੀਂ ਚਾਹੀਦਾ, ਤਾਂ ਇਹ ਮੈਨੂੰ ਲੱਗਦਾ ਕਿ ਆਪਣਾ ਭੁਲੇਖਾ ਹੁੰਦਾ। ਆਪਾਂ ਨੂੰ ਸਾਰੀ ਉਮਰ ਕੁਛ ਨਾ ਕੁਛ ਚਾਹੀਦਾ ਹੀ ਹੁੰਦਾ, ਹੈ ਨਾ। ਉਹ ਕਹਿੰਦੇ ਵੀ 1000 ਵਾਲੇ ਬੰਦੇ ਨੂੰ 2000 ਰੁਪਏ ਚਾਹੀਦਾ, 5 ਕਰੋੜ ਆ ਜਿਹਦੇ ਕੋਲੇ ਉਹਨੂੰ 6 ਕਰੋੜ ਚਾਹੀਦਾ, ਹੈ ਨਾ। ਮਤਲਬ ਚਾਹੀਦਾ ਤਾਂ ਸਭ ਕਿਸੇ ਨੂੰ ਆ, ਤੇ ਚਾਹੀਦਾ ਕਿਉਂ ਕਿ ਮੈਂ ਉਦੋਂ ਖੁਸ਼ ਹੋਊਂਗਾ। ਅਸਲ 'ਚ ਤੁਸੀਂ ਖੁਸ਼ ਨਹੀਂ ਹੋਵੋਗੇ, ਅਸਲ 'ਚ ਤੁਹਾਡੀ ਤਮਾ ਉੱਥੇ ਤੱਕ ਜਾ ਕੇ ਖੜੀ ਹੋਈ ਆ। ਤੁਸੀਂ ਹਾਸੇ 'ਚ ਤੇ ਗੱਲ ਕਹੀ ਸੀ ਵੀ ਫੇਰ ਕੀ ਫਾਇਦਾ ਵੀ ਜੇ ਐਡਾ ਆਰਟਿਸਟ ਵੀ ਇੰਨਾ ਕਮਾਉਣ ਵਾਲਾ ਆਰਟਿਸਟ ਵੀ ਲੋਨ ਤੇ ਚੀਜ਼ਾਂ ਲੈ ਰਿਹਾ ਤਾਂ ਫਿਰ ਆਪਾਂ ਤਾਂ ਸੇਮ ਹੀ ਆ। ਸੱਚੀ ਅਸੀਂ ਘੁੰਮਣ ਗਏ ਵੀ ਥੱਕ ਕੇ ਵਾਪਸ ਮੁੜਦੇ ਆ, ਅਸੀਂ ਫਰੈਸ਼ ਹੋ ਕੇ ਵਾਪਸ ਨਹੀਂ ਮੁੜਦੇ ਹੈਗੇ। ਇਹ ਗੱਲ ਸੱਚੀ ਹੈ ਕਿ ਆਪਾਂ ਨੂੰ ਘੁੰਮਣਾ ਵੀ ਨਹੀਂ ਆਉਂਦਾ ਹੈਗਾ। ਸਰੀਰ ਤੇ ਮਨ ਕਿੰਨਾ ਜ਼ਰੂਰੀ ਚੀਜ਼ ਆ, ਹੈ ਨਾ, ਪੈਸੇ ਨਾਲੋਂ ਵੀ ਜ਼ਿਆਦਾ ਜ਼ਰੂਰੀ ਚੀਜ਼ ਆ। ਤੇ ਹੁਣ ਜਦੋਂ ਵੀ ਤੁਸੀਂ ਕੋਈ ਉਹਨਾਂ ਦਾ ਆਰਟੀਕਲ ਪੜ੍ਹੋ, ਜਿਵੇਂ ਕਈ ਵਾਰ WhatsApp ਤੇ ਆ ਜਾਂਦਾ, ਤਾਂ ਹੁਣ ਕਦੇ ਵੀ ਕਿਸੇ ਬਿਜ਼ਨਸ ਜਾਂ ਇਹੋ ਜਿਹੀਆਂ ਚੀਜ਼ਾਂ ਬਾਰੇ ਨਹੀਂ ਹੁੰਦਾ, ਹੈ ਨਾ। ਸਿਹਤ ਤੇ ਖੁਸ਼ ਰਹਿਣ ਬਾਰੇ ਹੀ ਹੁੰਦਾ। ਮੈਨੂੰ ਲੱਗਦਾ ਕਿ ਜਿਹੜੇ ਬੰਦੇ ਨੇ ਜ਼ਿੰਦਗੀ 'ਚ ਖੁਸ਼ ਰਹਿਣਾ ਉਹਨੂੰ ਹਰ ਕਿਸੇ ਬਾਰੇ ਸੋਚਣਾ ਛੱਡ ਦੇਣਾ ਚਾਹੀਦਾ, ਹੈ ਨਾ। ਜਿੱਥੇ ਜਿੱਥੇ ਆਪਾਂ ਹੈਗੇ ਆ, ਜਿੰਨੇ ਜਿਹੇ 'ਚ ਹੈਗੇ ਆ, ਤਾਂ ਉਹਦੇ ਲਈ ਆਪਾਂ ਨੂੰ ਸ਼ੁਕਰਾਨਾ ਕਰਨਾ ਚਾਹੀਦਾ। ਤੇ ਜਿਹੜਾ ਸ਼ੁਕਰਾਨਾ ਵਾ ਉਹ ਸੱਚੀ ਤੁਹਾਡੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਬਰਕਤ ਲੈ ਕੇ ਆਉਂਦਾ, ਹੈ ਨਾ। ਗੱਲ ਤੇ ਗੱਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਦੀਪ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ। ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ। ਪ੍ਰੋਗਰਾਮ ਦਾ ਨਵਾਂ ਐਪੀਸੋਡ ਲੈ ਕੇ ਇੱਕ ਵਾਰ ਫਿਰ ਤੋਂ ਅਸੀਂ ਹਾਜ਼ਰ ਹਾਂ। 2-3 ਦਿਨ ਪਹਿਲਾਂ ਅਸੀਂ ਬੈਠੇ ਗੱਲਬਾਤ ਕਰ ਰਹੇ ਸੀ ਕਿ ਜ਼ਿੰਦਗੀ 'ਚ ਸਭ ਤੋਂ ਜ਼ਰੂਰੀ ਹੈ ਕੀ, ਅਤੇ ਪਿੱਛੇ ਜੇ ਥੋੜ੍ਹੇ ਦਿਨ ਪਹਿਲਾਂ ਮਨਜੀਤ ਰਾਜਪੁਰਾ ਹੋਰਾਂ ਨੇ ਰਾਜਪਾਲ ਮੱਖਣੀ ਹੋਰਾਂ ਨੂੰ ਇੱਕ ਇੰਟਰਵਿਊ ਕੀਤਾ, ਅਤੇ ਉਹ ਇੰਟਰਵਿਊ ਬਹੁਤ ਹੀ ਦਿਲਚਸਪ ਇੰਟਰਵਿਊ ਆ, ਸੁਣਨਯੋਗ ਇੰਟਰਵਿਊ ਆ, ਦੇਖਣਯੋਗ ਵੀ ਹੈ। ਅਤੇ ਉਸ ਇੰਟਰਵਿਊ ਨੂੰ ਵੀ ਅਸੀਂ ਡਿਸਕਸ ਕਰ ਰਹੇ ਸੀ। ਅਤੇ ਅਸੀਂ ਆਮ ਤੌਰ 'ਤੇ ਵੀ ਜਿਵੇਂ ਸਰਸਰੀ ਬੈਠ ਕੇ ਗੱਲਬਾਤ ਕਰਦੇ ਹਾਂ, ਤਾਂ ਅਸੀਂ ਇਹ ਉਹਦੇ ਵਿੱਚੋਂ ਨਿਚੋੜ ਕੱਢਿਆ ਕਿ ਅੱਜ ਕੱਲ੍ਹ ਸਭ ਤੋਂ ਜ਼ਰੂਰੀ ਮੈਨੂੰ ਲੱਗਦਾ ਖੁਸ਼ ਰਹਿਣਾ ਆ। ਜਿਵੇਂ ਉਸ ਇੰਟਰਵਿਊ ਦੇ ਵਿੱਚ ਵੀ ਰਾਜਪਾਲ ਮੱਖਣੀ ਕਹਿੰਦੇ ਨੇ ਕਿ ਤੁਸੀਂ ਦੁਨੀਆ ਭਰ ਦਾ ਹੈਲਦੀ ਖਾਣਾ ਖਾ ਲਓ, ਤੁਸੀਂ ਚੰਗੀ ਜ਼ਿੰਦਗੀ ਜਿਉ ਰਹੇ ਹੋ, ਪਰ ਫਿਰ ਵੀ ਅਗਰ ਤੁਹਾਡਾ ਮਨ ਖੁਸ਼ ਨਹੀਂ ਆ ਤਾਂ ਤੁਹਾਨੂੰ ਦੁਨੀਆ ਦੀ ਕੋਈ ਬਿਮਾਰੀ ਨਹੀਂ ਜਿਹੜੀ ਨਹੀਂ ਲੱਗੂਗੀ। ਸੋ ਕਈ ਵਾਰ ਉਹ ਕਹਿੰਦੇ ਕਿ ਬੰਦਾ ਕਹਿ ਦਿੰਦਾ ਕਿ ਮੈਂ ਬਹੁਤ ਵਧੀਆ ਖਾ ਰਿਹਾ, ਮੈਂ ਬਹੁਤ ਤੰਦਰੁਸਤ ਜਾਂ ਪੌਸ਼ਟਿਕ ਭੋਜਨ ਲੈ ਰਿਹਾ, ਪਰ ਬਾਵਜੂਦ ਇਸ ਦੇ ਮੈਨੂੰ ਆਹ ਬਿਮਾਰੀ ਕਿਵੇਂ ਹੋ ਗਈ। ਉਹ ਕਹਿੰਦੇ ਉਹ ਤਾਂ ਹੁੰਦੀ ਹੈ ਕਿਉਂਕਿ ਤੁਹਾਡਾ ਮਨ ਬਿਮਾਰ ਹੁੰਦਾ, ਤੁਸੀਂ ਖੁਸ਼ ਨਹੀਂ ਹੁੰਦੇ, ਜਾਂ ਉਹ ਖਾਣਾ ਖਾਣ ਲੱਗਿਆ ਤੁਸੀਂ ਖੁਸ਼ ਨਹੀਂ ਜਾਂ ਆਨੰਦ ਮਹਿਸੂਸ ਨਹੀਂ ਕਰਦੇ। ਸੋ ਅੱਜ ਇਸੇ ਵਿਸ਼ੇ 'ਤੇ ਅਸੀਂ ਗੱਲਬਾਤ ਕਰਾਂਗੇ ਕਿ ਜ਼ਿੰਦਗੀ ਦਾ ਸਭ ਤੋਂ ਜ਼ਰੂਰੀ ਕੰਮ ਖੁਸ਼ ਰਹਿਣਾ ਹੋਣਾ ਚਾਹੀਦਾ। ਅਤੇ ਇਸੇ ਵਿਸ਼ੇ 'ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਭੈਣ ਰੁਪਿੰਦਰ ਸੰਧੂ ਹੋਣਗੇ, ਅਤੇ ਹਮੇਸ਼ਾ ਦੀ ਤਰ੍ਹਾਂ ਸਾਡੇ ਅੱਜ ਦੇ ਕਾਸਟਿਊਮ ਨੇ ਜਿਹੜੇ ਉਹ ਸਪੋਂਸਰ ਕੀਤੇ ਨੇ, ਫੈਬਰਿਕ ਸਪੋਂਸਰ ਕੀਤਾ ਹੈ ਅਪਸਰਾ ਪਟਿਆਲਾ ਵਾਲਿਆਂ ਨੇ, ਅਤੇ ਇਹਨੂੰ ਡਿਜ਼ਾਈਨ ਕੀਤਾ ਹੈ ਸੂਟਾਂ ਨੂੰ ਲੀੜੇ ਲੱਤੇ ਬਾਏ ਮਨਦੀਪ ਸੰਧੂ ਹੋਰਾਂ ਨੇ। ਅਤੇ ਉਹਨਾਂ ਦੇ ਲਿੰਕ ਤੁਹਾਨੂੰ ਇਸੇ ਪ੍ਰੋਗਰਾਮ ਦੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ। ਅਤੇ ਅਗਰ ਤੁਹਾਨੂੰ ਕੁਛ ਚੰਗਾ ਲੱਗੇ ਤਾਂ ਤੁਸੀਂ ਉਹਨਾਂ ਨਾਲ ਰਾਬਤਾ ਕਰ ਸਕਦੇ ਹੋ। ਰੁਪਿੰਦਰ ਭੈਣ ਨੂੰ ਜੀ ਆਇਆਂ ਕਹਿੰਦੇ। ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ ਗੁਰਦੇਵ। ਕਿਵੇਂ ਹੋ ਤੁਸੀਂ? ਵਧੀਆ, ਠੀਕ ਠਾਕ। ਤੁਸੀਂ ਦੱਸ ਰਹੇ ਸੀ ਵੀ ਆਹ ਸੂਟਾਂ ਦੀ ਇੱਕ ਖਾਸੀਅਤ ਆ ਵੀ ਇਹਨਾਂ ਦਾ ਦੁਪੱਟਾ ਬੜੀ ਦੂਰੋਂ ਡਾਈ ਕਰਵਾਇਆ ਉਹਨਾਂ ਨੇ। ਬਿਲਕੁਲ, ਉੱਦਾਂ ਵੀ ਕਹਿੰਦੇ ਇਹ ਮਤਲਬ ਕੱਪੜੇ ਵੀ ਜੈਪੁਰ ਤੋਂ ਪ੍ਰਿੰਟ ਹੋ ਕੇ ਆਏ ਨੇ। ਅੱਛਾ। ਤੇ ਪਿਓਰ ਮਲਮਲ ਆ। ਮੈਨੂੰ ਸੋਹਣਾ ਲੱਗਿਆ ਇਹ ਸ਼ੇਡ, ਹੈ ਨਾ। ਤੇ ਤੁਹਾਡੇ ਵਾਲਾ ਵੀ ਬਹੁਤ ਸੋਹਣਾ। ਕਈਆਂ ਨੇ ਤਾਂ ਬੜੀ ਅੱਗ ਲਾਈ ਅੱਜ, ਕਹਿੰਦੇ ਕਿ ਤੁਸੀਂ ਮਤਲਬ ਪਹਿਲਾ ਸੂਟ ਸਵਾਇਆ ਕਿ ਮੈਂ ਚੂਜ਼ ਕੀਤਾ ਹੋਣਾ ਦੋਵਾਂ ਚੋਂ, ਨਾ, ਪਰ ਦੋਵੇਂ ਸੂਟ ਬਹੁਤ ਸੋਹਣੇ ਨੇ। ਨਹੀਂ, ਮੈਨੂੰ ਤਾਂ ਬਹੁਤ ਪਸੰਦ ਆਇਆ ਆਪਦਾ ਰੰਗ, ਤੇ ਸੋਹਣੇ ਬਣਾਏ ਨੇ ਉਹਨਾਂ ਨੇ। ਮਨਦੀਪ ਹਮੇਸ਼ਾ ਮਤਲਬ ਬਣਾ ਕੇ ਪੁੱਛਦੀ ਹੁੰਦੀ ਹੈ ਕਿ ਕਿਵੇਂ ਲੱਗੇ ਤੁਹਾਨੂੰ, ਹੈ ਨਾ। ਪਰ ਮੈਨੂੰ ਜਦੋਂ ਆਉਂਦੇ ਹੁੰਦੇ ਆ ਉਦੋਂ ਹੀ ਬਹੁਤ ਸੋਹਣੇ ਲੱਗਦੇ ਆ। ਸਹੀ ਗੱਲ ਆ। ਤੇ ਕਹਿੰਦੇ ਹੁੰਦੇ ਨੇ ਵੀ ਲੀੜਾ ਪਾਇਆ ਤੁਹਾਡੇ ਉਦੋਂ ਹੀ ਫੱਬਦਾ ਜਦੋਂ ਤੁਹਾਡੇ ਚਿਹਰੇ ਤੇ ਮੁਸਕਰਾਹਟ ਹੁੰਦੀ ਆ, ਹੈ ਨਾ। ਤੇ ਮੈਨੂੰ ਲੱਗਦਾ ਕਿ ਜ਼ਿੰਦਗੀ ਵੀ ਉਦੋਂ ਹੀ ਸੋਹਣੀ ਹੁੰਦੀ ਆ ਜਦੋਂ ਤੁਹਾਡਾ ਮਨ ਖੁਸ਼ ਹੁੰਦਾ, ਤੁਹਾਡਾ ਦਿਮਾਗ ਦਿਲ ਸਭ ਤੰਦਰੁਸਤ ਤੁਸੀਂ ਹੁੰਦੇ ਹੋ, ਤੁਸੀਂ ਖੁਸ਼ ਹੁੰਦੇ ਹੋ, ਹੈ ਨਾ। ਅਤੇ ਆਪਾਂ ਥੋੜ੍ਹੇ ਦਿਨ ਪਹਿਲਾਂ ਇਹੀ ਗੱਲ ਕਰ ਰਹੇ ਸੀਗੇ ਕਿ ਅੱਜ ਕੱਲ੍ਹ ਆਪਣੇ ਕੋਲ ਸਾਰਾ ਕੁਛ ਹੁੰਦਾ ਪਰ ਫਿਰ ਵੀ ਬੰਦਾ ਖੁਸ਼ ਕਿਉਂ ਨਹੀਂ ਆ, ਹੈ ਨਾ। ਜਾਂ ਕਈ ਵਾਰੀ ਛੋਟੀ ਜਿਹੀ ਸਿਚੁਏਸ਼ਨ 'ਤੇ ਲੈ ਕੇ ਅਸੀਂ ਇੰਨੇ ਜ਼ਿਆਦਾ ਹਾਈਪਰ ਜਾਂ ਪੈਨਿਕ ਹੋ ਜਾਂਦੇ ਹਾਂ ਵੀ ਸਾਨੂੰ ਲੱਗਦਾ ਕਿ ਉਹ ਹੁਣ ਪਤਾ ਨਹੀਂ ਜ਼ਿੰਦਗੀ 'ਚ ਕੀ ਹੋ ਗਿਆ, ਹੈ ਨਾ।
ਜੇ ਕਈ ਲੋਕ ਸੱਚੀ ਇਸ ਚੀਜ਼ ਦੇ ਲਈ ਐਫਰਟ ਨਹੀਂ ਕਰਦੇ ਕਿ ਯਾਰ ਮੈਂ ਖੁਸ਼ ਰਹਿਣਾ ਵਾ, ਹਨਾ, ਕਈ ਵਾਰੀ ਲੋਕੀ ਆਪਣੇ ਆਪ ਤੇ ਤਰਸ ਕਰਦੇ ਰਹਿਣਗੇ ਜਾਂ ਪੁਰਾਣੀਆਂ ਚੀਜ਼ਾਂ ਯਾਦ ਕਰਦੇ ਰਵਾਂਗੇ ਆਪਾਂ, ਜਾਂ ਆਪਾਂ ਇਹੀ ਝੁਰੀ ਜਾਵਾਂਗੇ ਫਲਾਣੇ ਕੋਲੇ ਆ ਹੈਗਾ ਮੇਰੇ ਕੋਲੇ ਕਿਉਂ ਨਹੀਂ ਹੈਗਾ, ਜਾਂ ਇਸ ਟਾਈਮ ਮੈਂ ਇਦਾਂ ਕਿਉਂ ਨਹੀਂ ਆ, ਹਨਾ। ਤੇ ਮੈਂ ਕਹਿੰਦੀ ਅੱਜ ਇਸੇ ਵਿਸ਼ੇ ਤੇ ਮਤਲਬ ਆਪਾਂ ਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਤੇ ਸ਼ਾਇਦ ਸੁਣਨ ਵਾਲਿਆਂ ਨੂੰ ਵੀ ਚੰਗਾ ਲੱਗੂਗਾ। ਜਦੋਂ ਮੈਂ ਉਹ ਇੰਟਰਵਿਊ ਸੁਣੀ ਸੀ ਨਾ ਜਿਹਦੇ ਬਾਰੇ ਗੱਲ ਕਰਕੇ ਤੁਸੀਂ ਪ੍ਰੋਗਰਾਮ ਸ਼ੁਰੂ ਕੀਤਾ, ਮੈਨੂੰ ਵੀ ਇਹੀ ਲੱਗਿਆ ਸੀਗਾ। ਆਪਾਂ ਕਿੰਨੀ ਵਾਰੀ ਉਹਨਾਂ ਨੂੰ ਵੈਸੇ ਮਿਲੇ ਆ ਜ਼ਿੰਦਗੀ 'ਚ, ਚਲੋ ਹਨਾ, ਵੀ ਬੰਦੇ ਦੀ ਸੋਚ ਕਿਸੇ ਵੀ ਉਮਰ 'ਚ ਜਾ ਕੇ ਬਦਲ ਸਕਦੀ ਆ ਹਨਾ। ਜਦੋਂ ਆਪਾਂ ਪਹਿਲਾਂ ਉਹਨਾਂ ਨੂੰ ਮਿਲੇ ਸੀ, ਉਹਨਾਂ ਨੇ ਇੱਕ ਵਾਰੀ ਆਪਣੀ ਮੁਲਾਕਾਤ 'ਚ ਉਹਨਾਂ ਨੇ ਕਿੰਨਾ ਕੁਝ ਦੱਸਿਆ ਸੀਗਾ ਕਿ ਮੈਂ ਜ਼ਿੰਦਗੀ 'ਚ ਇੰਨੇ ਵੱਡੇ ਵੱਡੇ ਬਿਜ਼ਨਸ ਕੀਤੇ ਹਨਾ ਤੇ ਸਭ ਕੁਝ ਕਮਾਇਆ, ਪਰ ਉਹ ਚੀਜ਼ ਉਹਨਾਂ ਨੂੰ ਕਿੱਥੇ ਜਾ ਕੇ ਜ਼ੀਰੋ ਲੱਗਣ ਲੱਗ ਗਈ ਜਦੋਂ ਉਹਨਾਂ ਨੂੰ ਲੱਗਿਆ ਕਿ ਮੇਰੀ ਸਿਹਤ ਨਹੀਂ ਸਹੀ ਰਹਿੰਦੀ ਹਨਾ। ਤੇ ਸਿਹਤ ਬਾਰੇ ਪੜ੍ਹਦੇ ਕਿੰਨੀਆਂ ਚੀਜ਼ਾਂ ਉਹਨਾਂ ਨੇ ਸਿੱਖੀਆਂ ਤੇ ਉਹਦੇ 'ਚ ਸਭ ਤੋਂ ਲਾਜ਼ਮੀ ਚੀਜ਼ ਸਿੱਖੀ ਕਿ ਸਰੀਰ ਤੇ ਮਨ ਕਿੰਨਾ ਜ਼ਰੂਰੀ ਚੀਜ਼ ਆ ਹਨਾ, ਪੈਸੇ ਨਾਲੋਂ ਵੀ ਜ਼ਿਆਦਾ ਜ਼ਰੂਰੀ ਚੀਜ਼ ਆ। ਤੇ ਹੁਣ ਜਦੋਂ ਵੀ ਤੁਸੀਂ ਕੋਈ ਉਹਨਾਂ ਦਾ ਆਰਟੀਕਲ ਪੜ੍ਹੋ, ਜਿਵੇਂ ਕਈ ਵਾਰ WhatsApp ਤੇ ਆ ਜਾਂਦਾ, ਤਾਂ ਹੁਣ ਕਦੇ ਵੀ ਕਿਸੇ ਬਿਜ਼ਨਸ ਜਾਂ ਇਹੋ ਜਿਹੀਆਂ ਚੀਜ਼ਾਂ ਬਾਰੇ ਨਹੀਂ ਹੁੰਦਾ ਹਨਾ, ਸਿਹਤ ਤੇ ਖੁਸ਼ ਰਹਿਣ ਬਾਰੇ ਹੀ ਹੁੰਦਾ। ਤੇ ਇਹ ਚੀਜ਼ ਹੈਗੀ ਵੀ ਆ ਗੁਰਦੀਪ ਕਿ ਕਈ ਵਾਰੀ ਆਪਾਂ ਜਦੋਂ ਛੋਟੇ ਹੁੰਦੇ ਸੀ ਆਪਾਂ ਨੂੰ ਲੱਗਦਾ ਹੁੰਦਾ ਸੀ ਜ਼ਿੰਦਗੀ 'ਚ ਸਾਡੇ ਕੋਲੇ ਆਹ ਚੀਜ਼ਾਂ ਹੋਣਗੀਆਂ ਅਸੀਂ ਬਹੁਤ ਖੁਸ਼ ਹੋਵਾਂਗੇ ਹਨਾ। ਤੇ ਹੁਣ ਆਪਾਂ ਵੱਡੇ ਹੋ ਗਏ ਆ, ਘਰਾਂ ਦੀ ਖੁਦ ਮੁਖਤਿਆਰੀ ਵੀ ਸਾਡੇ ਹੱਥ 'ਚ ਆ ਹਨਾ, ਤੇ ਪੈਸੇ ਵੀ ਹੈਗੇ ਨੇ ਸਾਡੇ ਕੋਲੇ, ਚੰਗੇ ਚੰਗੇ ਘਰ ਵੀ ਹੈਗੇ ਨੇ, ਫਿਰ ਵੀ ਤੁਹਾਨੂੰ ਲੱਗਦਾ ਵੀ ਆਪਾਂ ਕਿੰਨੀ ਵਾਰ ਮਹੀਨੇ 'ਚ ਮਹਿਸੂਸ ਕਰਦੇ ਆ ਕਿ ਅਸੀਂ ਖੁਸ਼ ਨਹੀਂ ਹੈਗੇ ਹਨਾ। ਸਾਨੂੰ ਆਪਾਂ ਸਾਰਾ ਦਿਨ ਲੰਘਾ ਕੇ ਕਈ ਵਾਰੀ ਸਾਨੂੰ ਮਹਿਸੂਸ ਹੋਣ ਲੱਗ ਜਾਂਦਾ ਵੀ ਅੱਜ ਦਾ ਦਿਨ ਵਧੀਆ ਨਹੀਂ ਲੰਘਿਆ ਹੈਗਾ। ਤੇ ਇਹ ਸਾਰਾ ਕੁਝ ਕਿਉਂ ਆ? ਕਿਉਂਕਿ ਸਾਡੇ ਕੋਲ ਸਭ ਕੁਝ ਆ ਗਿਆ ਪਰ ਅਸਲੀ ਚੀਜ਼ ਸਾਡੇ ਕੋਲ ਨਹੀਂ ਹੈਗੀ। ਹੁਣ ਤੁਸੀਂ ਇੱਕ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਕਿਸੇ ਬਜ਼ੁਰਗ ਨੇ ਕਿਹਾ ਕਿ ਹੁਣ ਬੱਚਿਆਂ ਦੇ ਚਿਹਰਿਆਂ ਤੇ ਨੂਰ ਨਹੀਂ ਹੈਗਾ ਨਾ, ਤੇ ਨੂਰ ਤਾਂ ਹੀ ਨਹੀਂ ਹੈਗਾ ਕਿ ਸਾਨੂੰ ਝੋਰੇ ਜ਼ਿਆਦਾ ਨੇ ਤੇ ਖੁਸ਼ੀ ਦਾ ਕੋਈ ਸਬੱਬ ਸਾਡੇ ਕੋਲ ਹੈ ਨਹੀਂਗਾ। ਪਹਿਲਾਂ ਸਾਨੂੰ ਲੱਗਦਾ ਹੁੰਦਾ ਸੀ ਵੀ ਚੀਜ਼ਾਂ ਨਾਲ ਖੁਸ਼ੀ ਮਿਲਦੀ ਆ ਬੰਦੇ ਨੂੰ ਹਨਾ, ਹੁਣ ਆਪਣੇ ਕੋਲ ਹਰ ਸ਼ੈ ਆ। ਕਿਸੇ ਨੂੰ ਸਾਈਕਲ ਦੇਖ ਕੇ ਵੀ ਖੁਸ਼ੀ ਹੋ ਜਾਂਦੀ ਹੈ, ਕਿਸੇ ਨੂੰ ਕਾਰ ਦੇਖ ਕੇ ਵੀ ਨਹੀਂ ਹੁੰਦੀ। ਤੇ ਹੁਣ ਆਪਾਂ ਨੂੰ ਕਿਸੇ ਚੀਜ਼ ਦੀ ਖੁਸ਼ੀ ਨਹੀਂ ਹੁੰਦੀ, ਆਪਾਂ ਜਿਹੜੀ ਚੀਜ਼ ਮਰਜ਼ੀ ਖਰੀਦ ਲਈਏ, ਚਾਹੇ ਉਹ 10,000 ਦੀ ਆ ਚਾਹੇ 50,000 ਦੀ, ਕਦੀ ਲੱਗਿਆ ਕਿ ਉਹਨੂੰ ਲੈ ਕੇ ਦੂਜੇ ਦਿਨ ਵੀ ਤੁਸੀਂ ਸੋਚਿਆ ਹੋ ਵੀ ਅੱਛਾ ਰੱਬ ਨੇ ਮੈਨੂੰ ਆ ਵੀ ਦੇਤੀ। ਨਾਲੇ ਹਨਾ ਜਿਵੇਂ ਆਪਾਂ ਕਹਿੰਦੇ ਵੀ ਤਮਾ ਬੰਦੇ ਦੀ ਸਾਰੀ ਜ਼ਿੰਦਗੀ ਨਹੀਂ ਮੁੱਕਦੀ। ਜੇ ਤੁਸੀਂ ਇਹ ਕਹਿ ਦੋਗੇ ਨਾ ਵੀ ਮੈਂ ਜੇ ਇੱਥੇ ਕੁ ਪਹੁੰਚ ਜਾਂ ਇੰਨੇ ਕੁ ਪੈਸੇ ਕਮਾਉਣ ਲੱਗ ਜਾਂ ਮੇਰੀ ਜ਼ਿੰਦਗੀ 'ਚ ਆਹ ਕੋਈ ਚੀਜ਼ ਆ ਜਾਵੇ ਹਨਾ, ਵੀ ਉਦੋਂ ਮੈਂ ਖੁਸ਼ ਹਾਂ, ਉਦੋਂ ਬਾਅਦ ਮੈਨੂੰ ਕੁਛ ਨਹੀਂ ਚਾਹੀਦਾ, ਤਾਂ ਇਹ ਮੈਨੂੰ ਲੱਗਦਾ ਕਿ ਆਪਣਾ ਭੁਲੇਖਾ ਹੁੰਦਾ। ਆਪਾਂ ਨੂੰ ਸਾਰੀ ਉਮਰ ਕੁਛ ਨਾ ਕੁਛ ਚਾਹੀਦਾ ਹੀ ਹੁੰਦਾ ਹਨਾ। ਆਪਾਂ ਥੋੜੇ ਦਿਨ ਪਹਿਲਾਂ ਦਫ਼ਤਰ ਬੈਠੇ ਕੋਈ ਗੱਲ ਕਰ ਰਹੇ ਸੀਗੇ ਕਿਸੇ ਇੱਕ ਕਲਾਕਾਰ ਦੀ, ਵੀ ਉਹਨੇ ਇੰਨੀ ਮਹਿੰਗੀ ਗੱਡੀ ਲਈ ਆ, ਵੀ ਉਹਨੇ ਇੰਨੇ ਦਾ ਲੋਨ ਕਰਾਇਆ ਸੀ। ਤੁਸੀਂ ਹਾਸੇ 'ਚ ਤੇ ਗੱਲ ਕਹੀ ਸੀ ਵੀ ਫੇਰ ਕੀ ਫਾਇਦਾ ਵੀ ਜੇ ਐਡਾ ਆਰਟਿਸਟ ਵੀ ਇੰਨਾ ਕਮਾਉਣ ਵਾਲਾ ਆਰਟਿਸਟ ਵੀ ਲੋਨ ਤੇ ਚੀਜ਼ਾਂ ਲੈ ਰਿਹਾ, ਤਾਂ ਫਿਰ ਆਪਾਂ ਤਾਂ ਸੇਮ ਹੀ ਆ। ਬਿਲਕੁਲ ਉਹੀ ਆ ਵੀ ਉਹਨੇ ਚੱਲ ਵੱਡੀ ਲੈ ਲਈ ਤਾਂ ਆਪਾਂ ਉਹਨੇ 'ਚ ਛੋਟੀ ਲੈ ਲੈਣੀ ਆ ਨਾ, ਵੀ ਪਰ ਜਦ ਲੋਨ ਹੀ ਕਰਾਉਣਾ ਦੋਵਾਂ ਨੇ, ਮਤਲਬ ਹਾਸੇ 'ਚ ਗੱਲ ਸੀ ਪਰ ਉਹ ਗੱਲ ਜੇ ਆਪਾਂ ਧਿਆਨ ਨਾਲ ਵਿਚਾਰੀਏ ਬਹੁਤ ਡੂੰਘੀ ਗੱਲ ਆ ਹਨਾ। ਇਹ ਨਹੀਂ ਹੈਗਾ ਕਿ ਜਿਹੜੇ ਸਭ ਤੋਂ ਜ਼ਿਆਦਾ ਅਮੀਰ ਲੋਕ ਨੇ ਜਾਂ ਵੱਡੇ ਲੋਕ ਨੇ ਜਾਂ ਵੱਡੇ ਅਹੁਦਿਆਂ ਤੇ ਨੇ ਉਹ ਖੁਸ਼ ਨੇ, ਇਹ ਨਹੀਂ ਹੈ। ਮੈਨੂੰ ਲੱਗਦਾ ਕਿ ਕਈ ਵਾਰੀ ਉਹ ਬੰਦਾ ਵੀ ਖੁਸ਼ ਹੁੰਦਾ ਵਾ ਜਿਹਨੂੰ ਸੱਚੀ 2 ਵਕਤ ਆਪਣੀ ਰੋਟੀ ਵੀ ਕਮਾ ਕੇ ਜਾਂ ਸੋਚ ਕੇ ਖਾਣੀ ਪੈਂਦੀ ਹੈ ਵੀ ਯਾਰ ਮੈਂ ਕਮਾਊਂਗਾ ਤਾਂ ਮੈਂ ਖਾ ਸਕਦਾ ਹਾਂ ਹਨਾ। ਬਿਲਕੁਲ। ਸੋ ਜਿੱਥੇ ਜਿੱਥੇ ਆਪਾਂ ਹੈਗੇ ਆ, ਜਿੰਨੇ ਜਿਹੇ ਹੈਗੇ ਆ, ਤਾਂ ਉਹਦੇ ਲਈ ਆਪਾਂ ਨੂੰ ਸ਼ੁਕਰਾਨਾ ਕਰਨਾ ਚਾਹੀਦਾ। ਤੇ ਜਿਹੜਾ ਸ਼ੁਕਰਾਨਾ ਵਾ ਉਹ ਸੱਚੀ ਤੁਹਾਡੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਬਰਕਤ ਲੈ ਕੇ ਆਉਂਦਾ ਹਨਾ। ਕਈ ਵਾਰੀ ਆਪਾਂ ਛੋਟੀਆਂ ਚੀਜ਼ਾਂ ਲਈ ਸ਼ੁਕਰਾਨਾ ਵੀ ਨਹੀਂ ਕਰਦੇ ਤੇ ਬਾਹਲੀਆਂ ਨਜਾਇਜ਼ ਜਿਹੀਆਂ ਗੱਲਾਂ ਨੂੰ ਲੈ ਕੇ ਕਈ ਵਾਰੀ ਆਪਾਂ ਬਹੁਤ ਜ਼ਿਆਦਾ ਹੀ ਸੋਚੀ ਜਾਂਦੇ ਆ ਹਨਾ। ਹੁਣ ਇੱਕ ਪਾਸੇ ਜਿਵੇਂ ਗੁਰੂ ਇਕਬਾਲ ਭਾਜੀ ਉਹਨਾਂ ਨੇ ਵੀ ਇੰਟਰਵਿਊ 'ਚ ਕਿਹਾ ਸੀਗਾ ਕਿ ਅੱਜ ਕੱਲ੍ਹ ਅਸੀਂ ਰੋਟੀ ਵੀ ਸਵਾਦ ਨਾਲ ਨਹੀਂ ਖਾਂਦੇ ਹੈਗੇ, ਵੀ ਸਾਨੂੰ ਸਵਾਦ 'ਚ ਗੁੜਚ ਹੋਣਾ ਹੀ ਨਹੀਂ ਆਉਂਦਾ ਹਨਾ। ਉਹ ਕਹਿੰਦੇ ਅਸੀਂ ਰੋਟੀ ਵੀ ਖਾਂਦੇ ਹਾਂ ਤਾਂ ਉੱਥੇ ਵੀ ਅਸੀਂ ਮਤਲਬ ਕਿ ਦਿਨ ਭਰ ਦੀਆਂ ਟੈਨਸ਼ਨਾਂ ਹੀ ਡਿਸਕਸ ਕਰੀ ਜਾਂਦੇ ਹਾਂ ਹਨਾ। ਜਾਂ ਅਸੀਂ ਰੋਟੀ ਖਾਣ ਲੱਗੇ ਮੋਬਾਈਲ ਦੇਖਣ ਲੱਗ ਜਾਂਦੇ ਹਾਂ, ਜਾਂ ਫਿਰ ਅਸੀਂ ਰੋਟੀ ਖਾਣ ਲੱਗੇ ਟੀਵੀ ਦੇਖਣ ਲੱਗ ਜਾਂਦੇ ਹਾਂ। ਉਹ ਜਿਹੜਾ ਡੋਪਾਮਾਈਨ ਸਾਡਾ ਰਿਲੀਜ਼ ਹੋਣਾ ਉਹ ਕਹਿੰਦੇ ਹੁੰਦਾ ਹੀ ਨਹੀਂਗਾ ਹਨਾ। ਤੇ ਉਹ ਹਾਰਮੋਨ ਹੁੰਦਾ ਜਿਹੜਾ ਕਿ ਆਪਾਂ ਨੂੰ ਚਲੋ ਬਹੁਤੀ ਜਾਣਕਾਰੀ ਤਾਂ ਨਹੀਂ, ਪਰ ਇੰਨਾ ਤਾਂ ਪਤਾ ਵੀ ਕਿ ਉਹ ਹਾਰਮੋਨ ਆ ਬਾਡੀ ਨੂੰ ਜਿਹੜਾ ਕਿ ਤੁਹਾਨੂੰ ਖੁਸ਼ ਰੱਖਣ 'ਚ ਸਭ ਤੋਂ ਜ਼ਿਆਦਾ ਹੈਲਪ ਕਰਦਾ, ਤੁਹਾਨੂੰ ਹੈਲਦੀ ਫੀਲ ਕਰਾਉਂਦਾ, ਤੁਹਾਨੂੰ ਤੰਦਰੁਸਤ ਮਹਿਸੂਸ ਕਰਵਾਉਂਦਾ ਨਾ। ਉਹ ਕਹਿੰਦੇ ਵੀ ਅੱਜ ਕੱਲ੍ਹ ਆਪਣੇ ਸਰੀਰਾਂ 'ਚ ਉਹ ਹਾਰਮੋਨ ਰਿਲੀਜ਼ ਹੀ ਨਹੀਂ ਹੋ ਰਿਹਾ ਹੈਗਾ, ਕਿਉਂਕਿ ਅਸੀਂ ਜ਼ਿੰਦਗੀ ਦਾ ਆਨੰਦ ਲੈਣੇ ਛੱਡਤਾ, ਅਸੀਂ ਜ਼ਿੰਦਗੀ 'ਚ ਖੁਸ਼ ਰਹਿਣਾ ਹੀ ਭੁੱਲ ਗਏ ਹੈ ਨਾ।
ਸੋ ਮੈਨੂੰ ਲੱਗਦਾ ਹੈ ਕਿ ਜਿੱਥੇ ਕਿ ਵੀ ਹੈਗੇ ਆ, ਜਿੰਨੇ ਜੋਗੇ ਵੀ ਹੈਗੇ ਆ, ਹਾਂ ਠੀਕ ਆ, ਮੁਸ਼ਕਲਾਂ ਹਾਲਾਤ ਉਹ ਤਾਂ ਸਾਰਿਆਂ ਦੀ ਜ਼ਿੰਦਗੀ 'ਚ ਹੀ ਨੇ, ਹੈ ਨਾ। ਜੇ ਆਪਾਂ ਕਹੀਏ ਜਿਵੇਂ ਪਹਿਲਾਂ ਕਿਹਾ ਕਿ ਇਹ ਨਹੀਂ ਹੈਗਾ ਕਿ ਆਪਣੇ ਤੋਂ ਜਿਹੜਾ ਵੱਧ ਕਮਾਉਣ ਵਾਲਾ ਬੰਦਾ, ਵੱਧ ਆਮਦਨ ਵਾਲਾ ਬੰਦਾ ਵੀ ਉਹ ਖੁਸ਼ ਹੋਊਗਾ। ਜਾਂ ਜੇ ਮੈਂ ਸੋਚ ਲਾਂ ਵੀ ਅੱਜ ਤੋਂ 10 ਸਾਲਾਂ ਨੂੰ ਜੇ ਮੇਰੇ ਬੈਂਕ 'ਚ ਇੰਨੇ ਕੁ ਪੈਸੇ ਆ ਜਾਣ ਤੇ ਮੇਰੇ ਕੋਲ ਫਲਾਣੀ ਕਾਰ ਹੋਏ, ਫੇਰ ਨਹੀਂ ਮੈਨੂੰ ਕੁਛ ਚਾਹੀਦਾ ਸਾਨੂੰ ਉਦੋਂ ਵੀ ਆ, ਹੈ ਨਾ। ਸੋ ਇਹ ਮੁੱਕਣਾ ਹੀ ਨਹੀਂ, ਇਹ ਤਾਂ ਸਾਡਾ ਆਪ ਸਹੇੜਿਆ ਹੋਇਆ, ਆਪਾਂ ਕਹਿ ਸਕਦੇ ਕਿ ਬੋਝ ਆ ਜਾਂ ਕੁਛ ਟੈਨਸ਼ਨਾਂ ਨੇਗੀਆਂ ਜਿਹੜੀਆਂ ਅਸੀਂ ਆਪ ਸਹੇੜ ਲੀਆਂ ਨੇ। ਤੇ ਉਹਦੇ ਚੱਕਰ 'ਚ ਤੁਸੀਂ ਆਪਣੀ ਜਾਣੇ ਅਣਜਾਣੇ 'ਚ ਆਪਣੀ ਸਿਹਤ ਨੂੰ, ਆਪਦੇ ਮਨ ਨੂੰ ਤੁਸੀਂ ਕਿੰਨਾ ਜ਼ਿਆਦਾ ਖਰਾਬ ਕਰ ਰਹੇ ਹੋ, ਹੈ ਨਾ। ਸੋ ਮੈਨੂੰ ਲੱਗਦਾ ਕਿ ਸਵੇਰੇ ਉੱਠਣ ਸਾਰ ਸਾਨੂੰ ਇਹੀ ਸੋਚਣਾ ਵੀ ਮੈਂ ਖੁਸ਼ ਰਹਿਣਾ ਹਰ ਹਾਲਤ 'ਚ, ਹੈ ਨਾ। ਇਹ ਵੀ ਨਹੀਂ ਵੀ ਹਾਂ ਤੁਸੀਂ ਸਾਰਾ ਦਿਨ ਹਿੜ ਕਰਦੀ ਫਿਰੀ ਜਾਓਗੇ, ਹੈ ਨਾ। ਉਹ ਵਾਲੀ ਖੁਸ਼ੀ ਵੀ ਨਹੀਂ ਕਿ ਘੱਟੋ ਘੱਟ ਤੁਸੀਂ ਆਪਣੇ ਆਪ ਨੂੰ ਤੰਦਰੁਸਤ ਤਾਂ ਮਹਿਸੂਸ ਕਰਵਾਓ, ਖੁਸ਼ ਤਾਂ ਹੋਵੋ। ਖੁਸ਼ ਰਹਿਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਅੱਜ ਦੇ ਟਾਈਮ 'ਚ। ਮੈਨੂੰ ਲੱਗਦਾ ਨਾ ਹਰੇਕ ਚੀਜ਼ ਦੀਆਂ ਜੜ੍ਹਾਂ ਹੁੰਦੀਆਂ ਨੇ ਕਿਤੇ ਨਾ ਕਿਤੇ। ਜਿਵੇਂ ਆਪਾਂ ਕਿੰਨੀ ਵਾਰ ਗੱਲ ਕਰਦੇ ਹੁੰਦੇ ਆ, ਮੈਂ ਪਤਾ ਨਹੀਂ ਕਿਸ ਇੰਟਰਵਿਊ 'ਚ ਇਹ ਗੱਲ ਸੁਣੀ ਸੀ ਕਿ ਜਿਹੜੇ ਮਤਲਬ ਤੁਹਾਡੇ ਘਰ 'ਚ ਜਿਹਨੇ ਖਾਣਾ ਬਣਾਉਣਾ ਹੈ ਨਾ, ਉਹਨੂੰ ਕਦੀ ਦੁਖੀ ਨਹੀਂ ਹੋਣਾ ਚਾਹੀਦਾ। ਵੀ ਉਹ ਚਾਹੇ ਤੁਹਾਡਾ ਨੌਕਰ ਆ, ਚਾਹੇ ਤੁਹਾਡੇ ਘਰ ਦੀ ਕੋਈ ਜਨਾਨੀ ਆ ਜਿਹੜੀ ਤੁਹਾਡੇ ਲਈ ਖਾਣਾ ਬਣਾ ਰਹੀ ਹੈ ਨਾ। ਹੁਣ ਆਪਾਂ ਗੁਰਦੀਪ ਕਿੰਨੀ ਵਾਰ ਦੇਖਦੇ ਹਾਂ ਕਿ ਹੋਟਲ ਜਾ ਕੇ ਸਾਡਾ ਢਿੱਡ ਦੁਖਣ ਲੱਗ ਜਾਂਦਾ, ਫੂਡ ਪੋਇਜ਼ਨਿੰਗ ਹੋ ਜਾਂਦੀ ਆ। ਕਦੀ ਤੁਹਾਨੂੰ ਕਿਤੇ ਲੰਗਰ ਛਕ ਕੇ ਇੱਦਾਂ ਹੋਇਆ ਕਿ ਆ ਕੇ ਤੁਹਾਡਾ ਢਿੱਡ ਦੁਖਿਆ ਹੋਵੇ ਜਾਂ ਤੁਹਾਨੂੰ ਲੱਗਿਆ ਹੋਵੇ ਕਿ ਮੈਂ ਜੋ ਕੁਝ ਖਾਧਾ ਮੈਨੂੰ ਪਚਿਆ ਨਹੀਂ? ਕਿਉਂਕਿ ਵਾਈਬਸ, ਕੱਲ ਵੀ ਨਾ ਅਸੀਂ ਘਰੇ ਬੈਠੇ ਇਹ ਗੱਲ ਕਰ ਰਹੇ ਸੀ। ਅਸੀਂ ਇੱਕ ਟ੍ਰਿਪ ਤੋਂ ਵਾਪਸ ਆਏ ਤੇ ਸਾਡਾ ਮਤਲਬ ਫੈਮਿਲੀ ਫਰੈਂਡਸ ਸਾਡੇ ਨਾਲ ਸੀਗੇ। ਤੇ ਜਦੋਂ ਅਸੀਂ ਘਰੇ ਆ ਕੇ ਰੋਟੀ ਪਾਣੀ ਖਾ ਰਹੇ ਸੀਗੇ ਤਾਂ ਉਹ ਭੈਣ ਜੀ ਕਹਿੰਦੇ ਵੀ ਦੇਖ ਲਓ ਆਹੀ ਚੌਲ ਆਪਾਂ ਬਾਹਰ ਖਾਦੇ ਸੀ, ਇਹੀ ਆਪਾਂ ਘਰੇ ਆ ਕੇ ਕਹਿੰਦੇ ਵੀ ਘਰੇ ਖਾਤੇ ਇੰਨੇ ਸਵਾਦ ਆ। ਮੈਂ ਕਿਹਾ ਪਹਿਲੀ ਗੱਲ ਤਾਂ ਘਰੇ ਆਪਾਂ ਇੰਨੀ ਕੁ ਚੀਜ਼ ਬਣਾਉਣੀ ਆ ਆਪਦੇ ਜੋਗੇ, ਤੇ ਦੂਸਰਾ ਜਦੋਂ ਅਸੀਂ ਬਣਾਉਣਾ ਆਪਾਂ ਇਹ ਸੋਚ ਕੇ ਬਣਾਉਣਾ ਯਾਰ ਇਹਨੂੰ ਮੈਂ ਸਵਾਦ ਬਣਾਵਾਂ। ਹੁਣ ਜਿਹੜਾ ਕੋਈ ਬੰਦਾ ਆਪਾਂ ਨੂੰ ਜਾਣਦਾ ਨਹੀਂ, ਕਰਦਾ ਨਹੀਂ, ਜਿਹਨੇ ਦਿਨ 'ਚ ਹਜ਼ਾਰਾਂ ਗਾਹਕ ਭੁਗਤਾਉਣੇ ਨੇ, ਉਹ ਥੋੜੀ ਇੰਨੀ ਸ਼ਰਧਾ ਨਾਲ ਖਾਣਾ ਬਣਾਊਗਾ, ਹੈ ਨਾ। ਇਹ ਸੋਚ ਕੇ ਬਣਾਊਗਾ ਵੀ ਮੈਂ ਇਹਨੂੰ ਸਵਾਦ ਬਣਾਵਾਂ, ਇਹਨੂੰ ਖਾਣ ਵਾਲੇ ਨੂੰ ਚੰਗਾ ਲੱਗੇ, ਕਿਉਂਕਿ ਉਹਦੇ ਕੋਲ ਕੰਮ ਹੀ ਇੰਨਾ ਜ਼ਿਆਦਾ। ਤੇ ਸੱਚੇ ਖਾਣਾ ਜਿਹੜੇ ਮਨ ਨਾਲ ਤੁਸੀਂ ਬਣਾ ਰਹੇ ਹੋ, ਇਹਦੇ ਤੇ ਆਪਾਂ ਅੱਗੇ ਵੀ ਐਪੀਸੋਡ ਕੀਤਾ ਸੀ। ਸੱਚੀ ਜਿਹੜੇ ਜਿਵੇਂ ਹੁਣ ਸਾਡੇ ਮਦਰ ਸੀ, ਉਹ ਸਾਨੂੰ ਕਦੇ ਨਹੀਂ ਸੀ ਕੋਲੇ ਬਹਿਣ ਦਿੰਦੇ ਹੁੰਦੇ ਖਾਣਾ ਬਣਾਉਣ ਲੱਗੇ। ਉਹਨਾਂ ਨੇ ਕਹਿਣਾ ਜੇ ਬਹਿਣਾ ਤਾਂ ਬੋਲਣਾ ਨਹੀਂਗਾ। ਇਹਦਾ ਮਤਲਬ ਤੁਹਾਡੀਆਂ ਵਾਈਬਸ ਜਾ ਰਹੀਆਂ ਨੇ। ਹੁਣ ਆਪਾਂ ਕਹਿੰਦੇ ਕਿ ਅੱਜ ਕੱਲ੍ਹ ਸਾਂਝ ਘੱਟ ਗਈ ਆ, ਆਪਾਂ ਕਹਿੰਦੇ ਵੀ ਖਾਣਾ ਹੀ ਆ। ਕਈ ਵਾਰ ਆਪਾਂ ਸਾਰਾ ਕੁਛ ਕਰਦੇ ਫਿਰੀ ਜਾਂਦੇ। ਮੈਂ ਵੀ ਕਈ ਵਾਰ ਖਾਣਾ ਵੀ ਆਪਾਂ ਇੰਨੀ ਕਾਹਲੀ 'ਚ ਖਾਂਦੇ ਆ, ਹੈ ਨਾ। ਕਈ ਵਾਰ ਮੈਂ ਤਾਂ ਬੰਡੀ ਭਾਜੀ ਉਹਨਾਂ ਨੂੰ ਵੀ ਦੇਖਦੀ ਹੁੰਦੀ ਆ ਵੀ ਉਹ ਇੰਨਾ ਕੰਮ ਕਰਦੇ ਨੇ, ਇੰਨਾ ਮਤਲਬ ਬਿਜ਼ਨਸ ਆ ਜਾਂ ਕੁਛ ਵੀ ਆ, ਵੀ ਕਈ ਵਾਰ ਖਾਣਾ ਮੈਂ ਕਾਹਲੀ 'ਚ ਖਾਂਦੇ ਨੇ। ਫਿਰ ਮੈਨੂੰ ਲੱਗਦਾ ਹੁੰਦਾ ਕਿ ਇਹਨਾਂ ਨੂੰ ਖਾਣਾ ਥੋੜ੍ਹੇ ਜਿਹੇ ਪਿਆਰ ਨਾਲ ਤੇ ਸਵਾਦ ਨਾਲ ਚਾਹੀਦਾ ਵਾ, ਹੈ ਨਾ। ਹੁਣ ਆਪਾਂ ਇਹੀ ਕਹਿੰਦੇ ਵੀ ਆਪਾਂ ਸਾਰਾ ਦਿਨ ਬੰਦਾ ਭੱਜਿਆ ਫਿਰਦਾ ਕਾਹਦੇ ਲਈ? ਆਪਣੇ ਬਜ਼ੁਰਗ ਕਹਿੰਦੇ ਹੁੰਦੇ ਨੇ ਖਾਣ ਦੇ ਲਈ। ਅਸੀਂ ਨਾ ਪਿੰਡ ਗਏ, ਸਾਡੇ ਸਾਹਮਣੇ ਮੇਰੀ ਉਹ ਜਠਾਣੀ ਵੀ ਲੱਗਦੇ ਨੇਗੇ, ਤਾਂ ਜਿਵੇਂ ਅਸੀਂ ਪਿੱਛੋਂ ਗੋਤੀਆਂ, ਤਾਂ ਉਹ ਮੈਂ ਉਹਨਾਂ ਨੂੰ ਭੈਣ ਹੀ ਕਹਿੰਦੀ ਹਾਂ, ਹੈ ਨਾ। ਤੇ ਉਹ ਕਹਿੰਦੇ ਵੀ ਸਾਡੇ ਬੀਜੀ ਨੇ ਕਿਹਾ ਸੀ ਸਾਰਾ ਦਿਨ ਧੰਦੇ ਨਹੀਂ ਮੁੱਕਣੇ, ਪਰ ਜਦੋਂ ਤੂੰ ਰੋਟੀ ਖਾਣੀ ਆ ਤੂੰ ਸਭ ਕੁਝ ਭੁੱਲ ਕੇ ਰੋਟੀ ਓ ਹੀ ਖਾਣੀ ਆ। ਕਹਿੰਦੇ ਜਿਹਦੇ ਖਾਤਰ ਆਪਾਂ ਤੁਰੇ ਫਿਰਦੇ ਆ, ਘੱਟੋ ਘੱਟ ਉਹਦਾ ਆਨੰਦ ਤਾਂ ਲਓ। ਜਦੋਂ ਮਿਲ ਗਈ, ਜਦੋਂ ਥਾਲੀ 'ਚ ਪੈ ਕੇ ਮੂਹਰੇ ਆ ਗਈ, ਤੁਸੀਂ ਸਾਰੀ ਦਿਹਾੜੀ ਤਾਂ ਹੀ ਕੰਮ ਕਰਦੇ ਫਿਰਦੇ ਹੋ ਨਾ ਵੀ ਰੋਟੀ ਚੱਲਦੀ ਰਵੇ, ਰੋਟੀ ਢਿੱਡ 'ਚ ਪੈਂਦੀ ਰਵੇ। ਉਹ ਕਹਿੰਦੇ ਜਦੋਂ ਥਾਲੀ 'ਚ ਮੂਹਰੇ ਪੈ ਕੇ ਆ ਗਈ, ਜੇ ਉਦੋਂ ਵੀ ਤੁਸੀਂ ਸੋਚੀ ਜਾਣੀਆਂ ਨੇ, ਜਦੋਂ ਵੀ ਇਹੀ ਸੋਚੀ ਜਾਣੇ ਮੈਂ ਫਲਾਣਾ ਕੰਮ ਕਰ ਲਾਂ, ਫਟਾਫਟ ਇਹਨੂੰ ਨਿਬੇੜ ਲਾਂ। ਉਹ ਕਹਿੰਦੇ ਰੋਟੀ ਕਦੇ ਵੀ ਆਏ ਨਹੀਂ ਖਾਣੀ ਚਾਹੀਦੀ ਚਲ ਮੈਂ ਫਟਾਫਟ ਖਾਣਾ ਖਾ ਲਵਾਂ। ਰੋਟੀ ਨੂੰ ਸਵਾਦ ਨਾਲ ਖਾਓ। ਆਪਾਂ ਜ਼ਿੰਦਗੀ ਦਾ ਸੱਚੀ ਮਕਸਦ ਭੁੱਲ ਜਾਂਦੇ ਹਾਂ ਕਿ ਆਪਾਂ ਇੱਥੇ ਸੱਚੀ ਪੈਸੇ ਕਮਾਉਣ ਜਾਂ ਸਿਰਫ ਲੋਕਾਂ ਨਾਲ ਲਿੰਕ ਬਣਾਉਣ ਹੀ ਆਇਆ। ਨਹੀਂ, ਆਪਾਂ ਇੱਥੇ ਰੋਟੀ ਦੀ ਖਾਤਰ ਭੱਜੇ ਫਿਰਦੇ ਹਾਂ ਨਾ ਕਿ ਮੈਨੂੰ ਰੋਟੀ ਵਧੀਆ ਮਿਲੇ। ਯਾਰ ਰੋਟੀ ਜਿਵੇਂ ਕਹਿੰਦੇ ਕਹਾਵਤ ਵੀ ਹੈ, ਪੇਟ ਪਈਆਂ ਰੋਟੀਆਂ ਸਭੇ ਗੱਲਾਂ ਖੋਟੀਆਂ। ਇੰਨਾ ਖਾਣਾ ਸਾਡੇ ਲਈ ਜ਼ਰੂਰੀ ਆ ਤੇ ਉਹਨੂੰ ਹੀ ਅਸੀਂ ਲੀਸਟ ਪ੍ਰਾਇੋਰਟੀ ਤੇ ਰੱਖਦੇ ਹਾਂ ਕਿ ਇਹ ਸਾਡੇ ਲਈ ਸਭ ਤੋਂ ਮਤਲਬ ਕਿ ਪਿੱਛੇ ਦਾ ਕੰਮ ਆ, ਹੈ ਨਾ। ਜਿਹੜੀ ਮੈਂ ਗੱਲ ਕਰੀ ਸੀ ਕੱਲ੍ਹ, ਅਸੀਂ ਗੱਲ ਕਰੇ, ਮੈਂ ਕਿਹਾ ਕਿ ਪਰਿਵਾਰਾਂ 'ਚ ਜਾਂ ਹੁਣ ਲੋਕਾਂ 'ਚ ਆਪਸੀ ਸਾਂਝ ਕਿਉਂ ਨਹੀਂ ਹੈਗੀ? ਕਿਉਂਕਿ ਇਕੱਲਾ ਬੰਦਾ ਖਾਣਾ ਬਣਾ ਰਿਹਾ ਉਹ ਵਿਖੇ 'ਚ ਮੱਚ ਕੇ। ਅੱਗੇ ਚੁਰ ਤੇ ਘੱਟੋ ਘੱਟ 2 ਜਨਾਨੀਆਂ, ਕਈ ਵਾਰੀ 3 ਵੀ ਹੁੰਦੀਆਂ ਸੀਗੀਆਂ। ਮੈਂ ਕਿਹਾ ਉਹਨਾਂ ਨੇ ਇਕੱਠਿਆਂ ਰਲ ਕੇ ਖਾਣਾ ਬਣਾਉਣਾ, ਫਿਰ ਇਕੱਠੀਆਂ ਨੇ ਗਾਹਾਂ ਪਰਿਵਾਰ ਨੂੰ ਦੇਣਾ, ਨਿਆਣਿਆਂ ਨੂੰ ਦੇਣਾ। ਤੇ ਸੱਚੀ ਉਹ ਭਾਵਨਾ ਤਾਂ ਫਿਰ ਜਾਂਦੀ ਹੈ ਨਾ। ਜਿਵੇਂ ਤੁਸੀਂ ਕਿਹਾ ਕਿ ਲੰਗਰ ਸਾਨੂੰ ਕਦੇ ਨਹੀਂ ਐਂ ਲੱਗੂਗਾ ਵੀ ਇਹ ਸਵਾਦ ਨਹੀਂਗਾ, ਹੈ ਨਾ, ਕਿਉਂਕਿ ਉਸ ਭਾਵਨਾ ਨਾਲ ਬਣਿਆ ਹੁੰਦਾ। ਹੁਣ ਇਹੀ ਚੀਜ਼ ਆ ਗੁਰਦੀਪ, ਆਪਾਂ ਮਤਲਬ ਜੋ ਖਵਾ ਰਹੇ ਆ, ਹੈ ਨਾ, ਸਭ ਕਿਤੇ ਉਹੀ ਚੀਜ਼ ਵੰਡੀ ਜਾ ਰਹੀ ਹੈ। ਤੁਸੀਂ ਦੇਖੋ
ਕਿ ਜਦੋਂ ਆਪਾਂ ਛੋਟੇ ਹੁੰਦੇ ਸੀ ਘਰ 'ਚ 3-4 ਜਨਾਨੀਆਂ ਕੰਮ ਕਰਨ ਲਈ ਹੁੰਦੀਆਂ ਸੀ ਹਨਾ, ਕਦੀ ਇੰਨੀ ਕਾਹਲ ਨਾਲ ਤੁਹਾਨੂੰ ਕਿਸੇ ਨੇ ਉਠਾਇਆ ਸੀਗਾ ਵੀ ਛੇਤੀ ਉੱਠ ਜਾ ਸਕੂਲ ਜਾਣਾ, ਛੇਤੀ ਉੱਠ ਕੇ ਬ੍ਰਸ਼ ਕਰ ਲਾ, ਜਾਂ ਤੁਹਾਨੂੰ ਕਿਸੇ ਨੇ ਮੰਜੇ 'ਚੋਂ ਹੀ ਧੂ ਲਿਆ ਬਿਸਤਰੇ 'ਚੋਂ ਹਨਾ। ਹੁਣ ਆਪਾਂ ਘਰਾਂ 'ਚ ਇਕੱਲੇ ਆ, ਆਪਾਂ ਕਹਿੰਦੇ ਆ ਨਾ ਵੀ ਤੁਸੀਂ ਸਵੇਰੇ ਉੱਠ ਕੇ ਸੋਚੋ ਕਿ ਮੈਂ ਸਾਰਾ ਦਿਨ ਖੁਸ਼ ਰਹਿਣਾ, ਕਿ ਅਸੀਂ ਖੁਸ਼ ਰਹਿਣ ਦਾ ਵਕਤ, ਸੋਚਣ ਦਾ ਸਾਡੇ ਕੋਲ ਵਕਤ ਹੁੰਦਾ। ਅਲਾਰਮ ਬਾਅਦ 'ਚੋਂ ਵੱਜਦਾ, ਅਸੀਂ ਪਹਿਲਾਂ ਭੱਜ ਕੇ ਉੱਠਦੇ ਹਾਂ, ਰਸੋਈ ਤੱਕ ਪਹੁੰਚਦੇ ਹਾਂ, ਕਿੰਨੇ ਕੰਮਕਾਰ ਹੁੰਦੇ ਨੇ ਜਿਹੜੇ ਸਾਨੂੰ ਲੱਗਦਾ 8-9 ਵਜੇ ਤੱਕ ਖਤਮ ਕਰਨੇ ਆ, ਉਵੇਂ ਅਸੀਂ ਧੂ ਕੇ ਨਿਆਣਿਆਂ ਨੂੰ ਛੇਤੀ ਬਰਸ਼ ਕਰ ਲਾ, ਛੇਤੀ ਖਾ ਲਾ, ਫਿਰ ਬੱਸ ਚੜਾ ਦੇ। ਮੈਨੂੰ ਲੱਗਦਾ ਕਿ ਜਿਹੜੀ ਚੀਜ਼ ਸਭ ਤੋਂ ਪਹਿਲਾਂ ਉੱਠ ਕੇ ਸੋਚਣੀ ਆ ਕਿ ਹਾਂ ਅੱਜ ਮੇਰਾ ਦਿਨ ਜਿਹੋ ਜਿਹਾ ਵੀ ਮਰਜ਼ੀ ਹੋਵੇ, ਕੁਦਰਤ ਨੂੰ ਸ਼ੁਕਰਾਨਾ ਅਸੀਂ ਨਹੀਂ ਕਰਦੇ ਕਿ ਮੈਂ ਤੰਦਰੁਸਤੀ ਨਾਲ ਉੱਠ ਗਿਆ, ਤੇ ਸੋਚਦੇ ਅਸੀਂ ਨਹੀਂ ਕਿ ਅਸੀਂ ਖੁਸ਼ ਰਹਿਣਾ, ਤੇ ਫਿਰ ਉਹ ਚੀਜ਼ ਆਉਣੀ ਕਿੱਥੋਂ ਆ ਸਾਡੇ ਕੋਲ ਹਨਾ। ਜ਼ਿੰਦਗੀ 'ਚ ਤਾਂ ਇੰਨੀ ਕਾਹਲ ਮੱਚੀ ਪਈ ਆ। ਦੂਜੀ ਚੀਜ਼ ਇਹ ਹੈ ਕਿ ਜਿਵੇਂ ਰਾਜਪਾਲ ਮਾਖਣੀ ਉਹਨਾਂ ਨੇ ਕਿਹਾ ਸੀਗਾ ਕਿ ਹਰ ਬੰਦੇ ਨੂੰ ਨਾ ਜ਼ਿੰਦਗੀ 'ਚ ਕੁਛ ਨਾ ਕੁਛ ਚਾਹੀਦਾ। ਇਹ ਤੁਸੀਂ ਆਪਾਂ ਆਪਣੇ ਤੇ ਲਾ ਕੇ ਦੇਖ ਲਓ, ਜਦੋਂ ਆਪਣੇ ਵਿਆਹ ਹੁੰਦੇ ਨੇ, ਆਪਾਂ ਆਪਣੇ ਜ਼ਿੰਦਗੀ 'ਚ ਹੁੰਦਾ ਕਿ ਬੱਚੇ ਹੋ ਜਾਣਗੇ ਫਿਰ ਅਸੀਂ ਵਿਹਲੇ ਹੋ ਜਾਵਾਂਗੇ, ਬੱਚੇ ਹੋ ਜਾਂਦੇ ਨੇ, ਬੱਚੇ ਪੜ੍ਹ ਲਿਖ ਜਾਣਗੇ ਅਸੀਂ ਵਿਹਲੇ ਹੋ ਜਾਵਾਂਗੇ, ਬੱਚੇ ਸਕਸੈਸਫੁਲ ਹੋ ਜਾਣਗੇ ਫਿਰ ਅਸੀਂ ਆਪਣੇ ਲਈ ਟਾਈਮ ਕੱਢਾਂਗੇ। ਹਰ ਚੀਜ਼ 'ਚ ਨਾ ਕਦੀ ਇਹ ਵੀ ਨਾ ਸੋਚੋ ਕਿ ਕਦੀ ਕੋਈ ਗੋਲ ਹੀ ਰੱਖ ਲਓ ਕਿ ਹਾਂ ਤੁਸੀਂ 8 ਸਾਲ ਬਾਅਦ ਜ਼ਿੰਦਗੀ 'ਚ ਆਹ ਕਰਨਾ। ਜਦੋਂ ਤੁਸੀਂ ਚੀਜ਼ਾਂ ਤੈਅ ਕਰਨੀਆਂ ਸ਼ੁਰੂ ਕਰ ਲੈਂਦੇ 4 ਸਾਲ ਦੀ ਹੋਵੇ ਵੀ 8 ਸਾਲ ਨੂੰ ਮੇਰੇ ਕੋਲ ਆਹ ਚੀਜ਼ ਹੋ ਜਾਵੇ ਫਿਰ ਮੈਂ ਇੰਜੋਏ ਕਰੂੰ, 2 ਸਾਲ ਨੂੰ ਆਹ ਚੀਜ਼, ਅਸਲ 'ਚ ਤੁਸੀਂ ਆਪਣੇ ਪੂਰੇ ਦੇ ਪੂਰੇ ਫਿਰ ਉਹ ਉਨੇ ਸਾਲ ਉਸੇ ਚੀਜ਼ ਬਾਰੇ ਸੋਚਦੇ ਕੱਢ ਦਿੰਦੇ ਹੋ ਨਾ। ਹੁਣ ਜਿਵੇਂ ਮੈਂ ਤੁਹਾਨੂੰ ਕਿੰਨੀ ਵਾਰ ਦੱਸਿਆ ਕਿ ਮੈਂ ਗੁਰੂ ਨੇ 10ਵੀਂ ਕਰ ਲਈ ਹੈ ਨਾ, ਮੈਂ ਹਮੇਸ਼ਾ ਸੋਚਦੀ ਹਾਂ ਕਿ +2 ਕਰ ਲਵੇ ਫਿਰ ਇਹਦੇ ਜ਼ਿੰਦਗੀ 'ਚ ਆ ਹੋ ਜਾਊਗਾ, ਫਿਰ ਮੈਂ ਫ੍ਰੀ ਹੋ ਜਾਊਂਗੀ। ਪਰ ਕੀ ਮੈਨੂੰ ਪਤਾ ਕਿ ਮੈਂ ਟੋਟਲੀ ਨਾ ਫ੍ਰੀ ਹੋ ਜਾਂਗੀ ਕਿ ਆਪਾਂ ਕਿੰਨੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਪੋਸਟਪੋਨ ਕਰਦੇ ਆ ਸਿਰਫ ਇਸ ਚੀਜ਼ ਲਈ ਕਿ ਮੈਂ ਫਲਾਣੀ ਚੀਜ਼ ਸੋਚੀ ਹੋਈ ਆ ਉਹ ਪੂਰੀ ਹੋ ਜਾਵੇ ਹੈ ਨਾ। ਉਹ ਕਹਿੰਦੇ ਵੀ 1000 ਵਾਲੇ ਬੰਦੇ ਨੂੰ 2000 ਰੁਪਏ ਚਾਹੀਦਾ, 5 ਕਰੋੜ ਆ ਜਿਹਦੇ ਕੋਲ ਉਹਨੂੰ 6 ਕਰੋੜ ਚਾਹੀਦਾ ਹੈ ਨਾ। ਮਤਲਬ ਚਾਹੀਦਾ ਤਾਂ ਸਭ ਕਿਸੇ ਨੂੰ ਆ, ਤੇ ਚਾਹੀਦਾ ਕਿਉਂ ਕਿ ਮੈਂ ਉਦੋਂ ਖੁਸ਼ ਹੋਊਂਗਾ। ਅਸਲ 'ਚ ਤੁਸੀਂ ਖੁਸ਼ ਨਹੀਂ ਹੋਵੋਗੇ, ਅਸਲ 'ਚ ਤੁਹਾਡੀ ਤਮਾ ਉੱਥੇ ਤੱਕ ਜਾ ਕੇ ਖੜੀ ਹੋਈ ਆ। ਜਦੋਂ ਉਹ ਚੀਜ਼ ਪੂਰੀ ਹੋ ਗਈ ਤੁਹਾਡੀ ਤਮਾ ਤੁਹਾਨੂੰ ਇੱਕ ਹੋਰ ਨਵੀਂ ਚੀਜ਼ ਦੇ ਦੂਗੀ ਕਿ ਹੁਣ ਤੂੰ ਆਹ ਪੂਰੀ ਕਰ ਲਾ ਹੈ ਨਾ। ਜੇ ਕੋਈ ਬੰਦਾ ਆਪਦੇ ਬਾਰੇ ਸੋਚਣਾ ਵੀ ਚਾਹੁੰਦਾ ਕਿ ਮੈਂ ਖੁਸ਼ ਰਹਿਣਾ, ਮੈਂ ਮਹੀਨੇ 'ਚ ਚਾਹੇ ਮੇਰੇ ਕੋਲ 2000 ਰੁਪਇਆ ਹੋਵੇ, ਮੈਂ ਕਿਤੇ ਦੂਰ ਨਹੀਂ ਜਾ ਸਕਦਾ, ਮੈਂ ਸ਼ਹਿਰ 'ਚ ਇੱਕ ਗੇੜਾ ਕੱਢ ਕੇ ਘੁੰਮਣ ਜਾਵਾਂ ਹੈ ਨਾ, ਜਾਂ ਖੁਸ਼ ਰਹਾਂ, ਜਾਂ ਮੈਂ ਫਲਾਣੀ ਜਗ੍ਹਾ 'ਤੇ ਜਾ ਕੇ ਚਾਹ ਪੀ ਕੇ ਆਵਾਂ। ਲੋਕ ਅਸਲ 'ਚ ਇਹ ਨਹੀਂ ਸਮਝਦੇ ਕਿ ਇਹਦੀ ਜ਼ਰੂਰਤ ਆ। ਲੋਕ ਕਹਿੰਦੇ ਨੇ ਇਹ ਚੌਂਚਲੇ ਨੇ, ਇਹਨੂੰ ਬਹਾਨੇ ਆਉਂਦੇ ਨੇ ਇਹਨਾਂ ਚੀਜ਼ਾਂ ਦੇ ਹੈ ਨਾ। ਕਿੰਨਾ ਮਤਲਬ ਇੱਕ ਤਰ੍ਹਾਂ ਨਾਲ ਨਾ ਤਰਸ ਆਉਂਦਾ ਕਈ ਵਾਰੀ ਇਹ ਸੋਚ ਕੇ ਕਿ ਕਿੰਨੇ ਸਾਰੇ ਲੋਕ ਨੇ ਜਿਹੜੇ ਪਰਿਵਾਰਾਂ 'ਚ ਰਹਿੰਦੇ ਹੋਏ ਕਹਿੰਦੇ ਨੇ ਮੈਂ ਕਿਤੇ ਇਕੱਲਾ ਘੁੰਮਣ ਜਾਣਾ ਚਾਹੁੰਦਾ ਹੈ ਨਾ। ਤੇ ਇਕੱਲਾ ਘੁੰਮਣ ਜਾਣ ਦਾ ਮਤਲਬ ਕੀ ਹੈ ਕਿ ਅਸੀਂ ਸਾਰਾ ਕੁਛ ਹੁੰਦੇ, ਪਰਿਵਾਰ ਹੁੰਦੇ, ਬੱਚੇ ਹੁੰਦੇ, ਆਪਣੇ ਜੀ ਹੁੰਦੇ, ਅਸੀਂ ਇੱਕ ਦੂਜੇ ਤੋਂ ਇੰਨੇ ਅੱਕੇ ਹੁੰਦੇ ਕਿ ਅਸੀਂ ਇਕੱਲੇ ਰਹਿਣਾ ਚਾਹੁੰਦੇ ਹਾਂ ਜ਼ਿੰਦਗੀ। ਪਤਾ ਕੀ ਆ, ਸਾਨੂੰ ਆਪਦੇ ਅੰਦਰ ਦੀ ਭੁੱਖ ਨਹੀਂ ਮਾਰਨੀ ਆਉਂਦੀ। ਅਸਲ 'ਚ ਜਿਹੜੀ ਚੀਜ਼ ਲਈ ਭੁੱਖ ਹੋਣੀ ਚਾਹੀਦੀ ਆ ਉਹ ਸਾਡੇ ਅੰਦਰ ਹੈ ਨੀ ਗੀ। ਪਰ ਜਿਵੇਂ ਤੁਸੀਂ ਕਿਹਾ ਕਿ ਕਈ ਲੋਕ ਸੱਚੀ ਘੁੰਮਣ ਵੀ ਚਲੇ ਜਾਂਦੇ ਨੇ ਭੈਣੇ, ਉੱਥੇ ਮਤਲਬ ਹਜ਼ਾਰਾਂ ਰੁਪਈਆ ਵੀ ਖਰਚ ਹੁੰਦੇ ਨੇ, ਪਰ ਆ ਕੇ ਫਿਰ ਮੂੰਹ ਉਹ ਜਿਹਦਾ ਹੋ ਜਾਂਦਾ। ਆਪਾਂ ਵੀ ਬੜੀ ਵਾਰੀ ਮਹਿਸੂਸ ਕਰਦੇ ਆ ਕਿ ਜਦੋਂ ਆ ਹੋ ਜੂ, ਅੱਛਾ ਉਹ ਹੋ ਵੀ ਜਾਂਦਾ ਆ, ਉਦੋਂ ਬਾਅਦ ਵੀ ਨਹੀਂ ਅਸੀਂ ਖੁਸ਼ ਹੁੰਦੇ, ਕਿਉਂਕਿ ਸਾਡਾ ਅਸਲ ਮਕਸਦ ਆ ਜਿਹੜਾ ਉਹ ਖੁਸ਼ ਰਹਿਣਾ ਨਹੀਂ ਹੈਗਾ। ਅਸੀਂ ਭੁੱਲ ਗਏ ਵੀ ਮੈਂ ਜਿਉਣਾ ਆ, ਮੈਂ ਖੁਸ਼ ਵੀ ਹੋਣਾ ਜ਼ਿੰਦਗੀ 'ਚ ਕਦੇ ਹੈ ਨਾ। ਹੁਣ ਆਪਾਂ ਘੁੰਮਣ ਵੀ ਜਾਂਦੇ ਹਾਂ, ਉਹਦੇ ਲਈ ਵੀ ਆਪਾਂ ਨੂੰ ਇਹ ਹੁੰਦਾ ਹੈ ਕਿ ਪਹਿਲਾਂ ਤਾਂ ਫੋਟੋਆਂ ਦੇ ਲਈ ਮੈਂ ਇਹੋ ਜਿਹੇ ਕੱਪੜੇ ਲੈ ਲਵਾਂ ਪਾਉਣ ਦੇ ਲਈ। ਅਸੀਂ ਖਾਂਦੇ ਵੀ ਫੋਟੋਆਂ ਲੋਕਾਂ ਨੂੰ ਦਿਖਾਉਣ ਲਈ ਆ। ਹਾਂ ਨਹੀਂ, ਕਈ ਵਾਰੀ ਤਾਂ ਬੰਦਾ ਉਹ ਵੀ ਪਾ ਦਿੰਦਾ। ਇੱਥੇ ਹੁਣ ਤੁਸੀਂ ਮੈਨੂੰ ਨਾ ਡਾਂਟ ਕਰੋ, ਕਈਆਂ ਨੂੰ ਵੈਸੇ ਹੀ ਫੂਡ ਬਲੌਗਿੰਗ ਦਾ ਸ਼ੌਂਕ ਹੁੰਦਾ ਹੈ। ਨਹੀਂ, ਪਰ ਇਹ ਗੱਲ ਹੈਗੀ ਆ ਕਿ ਤੁਸੀਂ ਖਾਣ ਦਾ ਸਵਾਦ ਵੀ ਮਾਰ ਲੈਂਦੇ ਹੋ ਉੱਥੇ ਜਦੋਂ ਤੁਸੀਂ ਸਿਰਫ ਇਹੀ, ਹਾਂ ਚਲੋ ਠੀਕ ਆ ਜਿਵੇਂ ਪਿਕਚਰ ਖਿੱਚ ਕੇ ਤੁਸੀਂ ਪਾ ਸਕਦੇ ਹੋ, ਪਰ ਕਈ ਵਾਰੀ ਘੁੰਮਣ ਗਏ ਵੀ ਪਹਿਲਾਂ ਹੀ ਅਸੀਂ ਇੰਨਾ ਖਰਚਾ ਕਰ ਲੈਂਦੇ ਆ, ਫਿਰ ਉੱਥੇ ਜਾ ਕੇ ਵੀ ਸਾਰਾ ਮਜ਼ਾ ਅਸੀਂ ਆਲਾ ਦੁਆਲਾ ਉੱਥੋਂ ਦੇ ਲੋਕਾਂ ਨਾਲ ਗੱਲ ਕਰਨ ਦੀ ਬਜਾਏ, ਇੰਜੋਏ ਕਰਨ ਦੀ ਬਜਾਏ ਆਪਾਂ ਫੋਟੋਆਂ ਦੇ ਵਿੱਚ ਸਾਰਾ ਟਾਈਮ ਕੱਢ ਲੈਂਦੇ ਹਾਂ ਨਾ। ਉਹ ਬਾਅਦ 'ਚੋਂ ਕੇ ਫੋਟੋਆਂ ਦੇਖ ਦੇਖ ਅਸੀਂ ਖੁਸ਼ ਹੁੰਦੇ ਰਹਿੰਦੇ ਹਾਂ, ਪਰ ਉੱਥੋਂ ਆ ਕੇ ਸਾਡਾ ਮਨ ਹੀ ਨਹੀਂ ਫਰੈਸ਼ ਹੁੰਦਾ। ਆਪਾਂ ਕਹਿੰਦੇ ਯਾਰ ਥੱਕ ਗਏ। ਸੱਚੀ ਅਸੀਂ ਘੁੰਮਣ ਗਏ ਵੀ ਥੱਕ ਕੇ ਵਾਪਸ ਮੁੜਦੇ ਹਾਂ, ਅਸੀਂ ਫਰੈਸ਼ ਹੋ ਕੇ ਵਾਪਸ ਨਹੀਂ ਮੁੜਦੇ ਹੈਗੇ। ਇਹ ਗੱਲ ਸੱਚੀ ਹੈ ਕਿ ਆਪਾਂ ਨੂੰ ਘੁੰਮਣਾ ਵੀ ਨਹੀਂ ਆਉਂਦਾ ਹੈਗਾ। ਮੈਂ ਬਾਹਰਲੇ ਲੋਕ ਦੇਖੇ ਨੇਗੇ ਜਾਂ ਹੋਰ ਬਾਕੀ ਸਟੇਟਸ ਦੇ ਨੇਗੇ, ਜ਼ਿਆਦਾ ਤਾਂ ਆਪਾਂ ਨੂੰ ਨਹੀਂ ਪਤਾ ਹੈਗਾ, ਪਰ ਜਿੰਨਾ ਕੁ ਮੈਨੂੰ ਲੱਗਦਾ ਹੈ ਕਿ ਉਹ ਲੋਕ ਨਾ ਰਿਲੈਕਸ ਹੋ ਕੇ ਘੁੰਮਣ ਜਾਂਦੇ ਨੇ।
ਆਪਾਂ ਕੀ ਕਰਦੇ ਆ, ਆਪਾਂ ਪੂਰੇ ਟਿਚਨ ਮਿਚਨ ਹੋ ਕੇ ਆਪਾਂ ਹਾਈ ਹੀਲ ਪਾ ਲੈਂਦੇ ਆ ਪਹਾੜਾਂ ਦੀ ਗੱਲ ਤੇ ਆਪਾਂ ਫੇਰ ਘੁੰਮਣ ਜਾਂਦੇ ਆ। ਆਪਾਂ ਨੂੰ ਕਹਿੰਦੇ ਨਹੀਂ ਮੈਂ ਤਿਆਰ ਹੋ ਕੇ ਜਾਣਾ, ਮੈਂ ਕਿਉਂਕਿ ਉੱਥੇ ਅਸੀਂ ਫੋਟੋਆਂ ਖਿੱਚਣੀਆਂ ਨੇ। ਅਸਲ 'ਚ ਆਪਣੇ ਲਈ ਘੁੰਮਣਾ ਵੀ ਫੋਟੋਆਂ ਖਿੱਚਣਾ ਹੀ ਰਹਿ ਗਿਆ ਜਾਂ ਵੀਡੀਓਜ਼ ਬਣਾਉਣੀਆਂ ਹੀ ਰਹਿ ਗਈਆਂ। ਆਪਾਂ ਆਪਣੀ ਸੋਲ ਨੂੰ ਇੰਜੋਏ ਨਹੀਂ ਕਰਾਉਂਦੇ ਹੈਗੇ। ਜਿੰਨੀ ਦੇਰ ਤੱਕ ਤੁਹਾਡੀ ਰੂਹ ਨੂੰ ਆਨੰਦ ਨਹੀਂ ਆਉਂਦਾ ਹੈਗਾ, ਤੁਸੀਂ ਖੁਸ਼ ਰਹਿ ਹੀ ਨਹੀਂ ਸਕਦੇ, ਬਿਲਕੁਲ ਹੈ ਨਾ। ਆਪਾਂ ਕਿਸੇ ਨਾਲ ਆਪਾਂ 2 ਘੜੀ ਗੱਲ ਕਰਨ ਲਈ ਬਹਿੰਦੇ, ਉਦੋਂ 3-4 ਦਿਨਾਂ ਦੀ ਗੱਲ ਆ ਨਾ, ਤੇ ਮੈਂ ਇੱਥੇ ਬੈਠੀ, ਸਰਬੀ ਇੱਧਰੋਂ ਆਇਆ, ਮੈਂ ਕਿਹਾ ਸਰਬੀ ਆ ਜਾ, ਮੇਰਾ ਗੱਲ ਕਰਨ ਨੂੰ ਜੀ ਕਰਦਾ ਵਾ, ਹੈ ਨਾ। ਕਿ ਆਪਾਂ ਇਹ ਨਹੀਂ ਸੋਚਦੇ ਕਿ ਇਸ ਟਾਈਮ ਮੇਰਾ ਦਿਲ ਕਰ ਰਿਹਾ ਕਿਸੇ ਨੂੰ ਮਿਲਣ ਦਾ, ਕਿਸੇ ਨੂੰ ਗੱਲ ਕਰਨ ਦਾ, ਜਾਂ ਜੇ ਮੈਂ ਬਾਹਰ ਜਾ ਰਿਹਾ ਤਾਂ ਮੈਂ ਇਸ ਲਈ ਬਾਹਰ ਜਾ ਰਿਹਾ ਤਾਂ ਕਿ ਮੈਂ ਖੁਸ਼ ਮਹਿਸੂਸ ਕਰਾਂ, ਹੈ ਨਾ। ਉੱਥੇ ਵੀ ਆਪਾਂ 36 ਫਾਰਮੈਲਿਟੀਜ਼, 36 ਕੀ ਕਹਿ ਸਕਦੇ ਆਪਾਂ ਵੀ, ਹਾਂ ਫਾਰਮੈਲਿਟੀਆਂ ਹੀ ਕਹਿ ਲਓ ਤੁਸੀਂ ਵੀ, ਉਹ ਨਾਲ ਤੁਸੀਂ ਲੈ ਕੇ ਤੁਰਦੇ ਹੋ ਵੀ ਮੈਂ ਫੋਟੋਆਂ ਖਿੱਚਣੀਆਂ ਨੇ, ਮੇਰੇ ਕੋਲ ਇਹੋ ਜਿਹੇ ਕੱਪੜੇ ਵੀ ਹੋਣੇ ਚਾਹੀਦੇ ਨੇਗੇ। ਤੁਸੀਂ ਦੇਖਿਓ ਕਈ ਲੋਕ ਜਿਹੜੇ ਘੁੰਮਦੇ ਨੇਗੇ ਉਹ ਬਿਲਕੁਲ ਸਾਦੇ ਕੱਪੜਿਆਂ 'ਚ, ਕਿੰਨੇ ਟ੍ਰਿਪ ਉਹਨਾਂ ਦੇ ਇੱਕੋ ਹੀ ਕੱਪੜਿਆਂ 'ਚ ਲਾਏ ਹੁੰਦੇ ਨੇ, ਕਿਉਂਕਿ ਉਹਨਾਂ ਦਾ ਮਕਸਦ ਇਹ ਨਹੀਂ ਹੈਗਾ ਕਿ ਮੈਂ ਨਵੇਂ ਕੱਪੜੇ ਪਾ ਕੇ ਘੁੰਮਣ ਜਾਣਾ। ਉਹਨਾਂ ਦਾ ਮਤਲਬ ਹੁੰਦਾ ਹੈ ਕਿ ਮੈਂ ਘੁੰਮਣ ਜਾਣਾ ਆ, ਮੈਂ ਕੁਛ ਨਵਾਂ ਦੇਖਣ ਜਾਣਾ ਆ, ਮੈਂ ਕੁਛ ਐਕਸਪਲੋਰ ਕਰਨ ਜਾਣਾ ਆ, ਹੈ ਨਾ। ਸੋ ਉਹ ਚੀਜ਼ਾਂ ਮੈਨੂੰ ਲੱਗਦਾ ਕਿ ਪ੍ਰਾਇੋਰਟੀ ਤੇ ਹੋਣੀਆਂ ਚਾਹੀਦੀਆਂ ਨੇ ਵੀ ਜੇ ਤੁਸੀਂ ਘੁੰਮਣ ਜਾ ਰਹੇ ਹੋ ਤਾਂ ਪਹਿਲਾਂ ਕਿਉਂ ਘੁੰਮਣ ਜਾ ਰਹੇ ਹੋ, ਕਿਉਂਕਿ ਤੁਹਾਨੂੰ ਇਸ ਸਮੇਂ ਜ਼ਰੂਰਤ ਮਹਿਸੂਸ ਹੋ ਰਹੀ ਹੈ ਨਾ। ਤੁਹਾਡੀ ਰੂਹ ਕਹਿੰਦੀ ਆ ਵੀ ਮੈਨੂੰ ਤਾਜ਼ਗੀ ਚਾਹੀਦੀ, ਤੁਹਾਡਾ ਮਨ ਕਹਿੰਦਾ ਮੈਨੂੰ ਤਾਜ਼ਗੀ ਚਾਹੀਦੀ ਆ, ਹੈ ਨਾ। ਤੇ ਉਹ ਤਾਜ਼ਗੀ ਕਿਵੇਂ ਆਊਗੀ? ਮੈਨੂੰ ਤਾਂ ਘਰੋਂ ਤਿਆਰ ਹੋ ਕੇ ਜਾਣਾ ਹੀ ਬਹੁਤ ਔਖਾ ਲੱਗਦਾ ਹੁੰਦਾ ਵੀ ਯਾਰ ਜੇ ਇੰਨਾ ਹੀ ਕੁਛ ਕਰਕੇ ਜਾਣਾ ਫਿਰ ਘਰੇ ਹੀ ਰਹਿ ਲਓ, ਹੈ ਨਾ, ਵੀ ਘਰੇ ਹੀ ਰਹਿ ਲਓ। ਜੇ ਏਡੇ ਬੈਗ ਹੀ ਭਰ ਕੇ ਲੈ ਕੇ ਜਾਣੇ ਨੇ ਫਿਰ ਇਹਦੇ ਨਾਲੋਂ ਵਧੀਆ ਕਿ ਘਰੇ ਹੀ ਰਹਿ ਲਓ, ਹੈ ਨਾ। ਇੱਕ ਮੈਨੂੰ ਇਹ ਹੁੰਦਾ ਕਿ ਉਹੋ ਜਿਹੇ ਮੌਸਮ 'ਚ ਜਾਈਏ ਆਪਾਂ ਵੀ ਜਿੱਥੋਂ ਸਾਨੂੰ ਟੈਚੀਆਂ 'ਚੋਂ ਜਾਂ ਅਲਮਾਰੀਆਂ 'ਚੋਂ ਕੱਪੜੇ ਨਾ ਦੁਬਾਰਾ ਕੱਢ ਕੇ ਲਿਜਾਣੇ ਪੈਣ, ਕਿ ਯਾਰ ਉਹਦੇ ਲਈ ਪੈਕਿੰਗ ਹੀ ਸਾਨੂੰ ਆਪੋਜ਼ਿਟ ਕਰਨੀ ਪਵੇ, ਹੈ ਨਾ। ਸੋ ਕੋਸ਼ਿਸ਼ ਮਤਲਬ ਇਹੀ ਹੋਣੀ ਚਾਹੀਦੀ ਹੈ ਕਿ ਮੈਂ ਸਿਰਫ ਜਾਣਾ ਆਪਦੇ ਆਪ ਨੂੰ ਰਿਲੈਕਸ ਕਰਨ ਦੇ ਲਈ, ਨਾ ਕਿ ਉੱਥੋਂ ਹੋਰ ਓਵਰਬਰਡਨ ਹੋ ਕੇ ਆਉਣ ਦੇ ਲਈ ਜਾਂ ਥੱਕ ਕੇ ਆਉਣ ਦੇ ਲਈ, ਹੈ ਨਾ। ਇੱਕ ਚੀਜ਼ ਗੁਰਦੀਪ ਇਹ ਵੀ ਆ ਵੀ ਆਪਾਂ ਨਾ ਖੁਸ਼ ਰਹਿ ਸਕਦੇ ਆ। ਮਤਲਬ ਕਈ ਵਾਰ ਕਈ ਲੋਕ ਆਪਦੀ ਜ਼ਿੰਦਗੀ ਤੋਂ ਸੈਟੀਸਫਾਈ ਹੁੰਦੇ ਨੇ ਕਿ ਜੋ ਮੈਨੂੰ ਰੱਬ ਨੇ ਦਿੱਤਾ ਉਹ ਮੇਰੇ ਲਈ ਬਹੁਤ ਆ, ਜਿੰਨੇ ਕੁ ਮੈਨੂੰ ਰਿਸ਼ਤੇ ਮਿਲੇ ਨੇ, ਜੋ ਮੇਰੀ ਜ਼ਿੰਦਗੀ 'ਚ ਹੈ ਨਾ। ਫਿਰ ਤੁਹਾਨੂੰ ਤੁਹਾਡਾ ਆਲਾ ਦੁਆਲਾ ਨਹੀਂ ਖੁਸ਼ ਰਹਿਣ ਦਿੰਦਾ। ਬਹੁਤ ਸਾਰੇ ਲੋਕ ਨੇ ਜਿਹੜੇ, ਮੈਂ ਵਿਦਿਆ ਬਾਲਨ ਉਹਨਾਂ ਦੀ ਇੱਕ ਇੰਟਰਵਿਊ ਸੁਣ ਰਹੀ ਸੀ, ਉਹ ਕਹਿੰਦੇ ਕਿ ਸਾਰੀ ਦੁਨੀਆ ਇੱਕ ਦੂਜੇ ਤੋਂ ਡਰਦੀ ਆ, ਹੈ ਨਾ। ਕੁਛ ਕਰਨ ਲੱਗੇ ਵੀ ਅਸੀਂ ਪਹਿਲਾਂ ਸੋਚਦੇ ਹਾਂ ਵੀ ਮੈਂ ਆਹ ਕਰਨ ਲੱਗਿਆ ਮੇਰੇ ਭੈਣ ਭਰਾ ਕੀ ਕਹਿਣਗੇ, ਮੇਰਾ ਆਲਾ ਦੁਆਲਾ ਕੀ ਕਹੂਗਾ, ਮੇਰਾ ਫਲਾਣਾ ਕੌਣ ਆ ਜਿਹੜਾ ਮੈਨੂੰ ਸ਼ਾਇਦ ਇਹ ਸਵਾਲ ਨਾ ਪੁੱਛ ਲਵੇ ਵੀ ਤੂੰ ਆਹ ਕਿਉਂ ਕੀਤਾ। ਉਹ ਕਹਿੰਦੇ ਵੀ ਇਹੀ ਚੀਜ਼ ਮੇਰੇ ਭੈਣ ਭਰਾ ਦੇ ਦਿਮਾਗ 'ਚ ਹੋਊਗੀ ਵੀ ਉਹ ਵੀ ਬਹੁਤ ਚੀਜ਼ਾਂ ਕਰਨ ਲੱਗੇ ਪਹਿਲਾਂ ਮੇਰੇ ਬਾਰੇ ਸੋਚਦੇ ਹੋਣਗੇ ਨਾ। ਮੈਨੂੰ ਲੱਗਦਾ ਕਿ ਜਿਹੜੇ ਬੰਦੇ ਨੇ ਜ਼ਿੰਦਗੀ 'ਚ ਖੁਸ਼ ਰਹਿਣਾ ਉਹਨੂੰ ਹਰ ਕਿਸੇ ਬਾਰੇ ਸੋਚਣਾ ਛੱਡ ਦੇਣਾ ਚਾਹੀਦਾ, ਹੈ ਨਾ। ਇਹ ਨਹੀਂ ਤੁਸੀਂ ਜ਼ਿੰਮੇਵਾਰੀਆਂ ਤੋਂ ਭੱਜਣ ਲੱਗ ਜਾਓ, ਤੁਹਾਡੇ ਜ਼ਿੰਦਗੀ 'ਚ ਹਰ ਕਿਸੇ ਲਈ ਕੋਈ ਨਾ ਕੋਈ ਜ਼ਿੰਮੇਵਾਰੀ ਤੁਸੀਂ ਕਰਨੀ ਹੋਈ ਆ, ਤੁਸੀਂ ਆਪਣੇ ਪਰਿਵਾਰ ਲਈ ਕਰਨੀ ਆ, ਆਪਣੇ ਬੱਚਿਆਂ ਲਈ ਕਰਨੀ ਆ, ਪਰ ਉਹਨੂੰ ਜ਼ਿੰਮੇਵਾਰੀ ਵੀ ਰੱਖੋ, ਉਹਨੂੰ ਜ਼ਿੰਦਗੀ ਨਾ ਬਣਾ ਲਓ ਕਿ ਮੈਂ ਇਹਨਾਂ ਨੂੰ ਹੀ ਦੁਨੀਆ ਤੇ ਸਰਵ ਕਰਨ ਲਈ ਆਇਆ, ਹੈ ਨਾ। ਤੁਹਾਡੀ ਆਪਣੀ ਇੱਕ ਲਾਈਫ ਹੈ, ਦਿਨ 'ਚ ਜੇ ਤੁਸੀਂ 10 ਘੰਟੇ ਦੂਜਿਆਂ ਲਈ ਟਾਈਮ ਕੱਢ ਰਹੇ ਹੋ, 2 ਘੰਟੇ, ਜਿਵੇਂ ਮੈਂ ਪਰਸੋਂ ਚੌਥੇ ਇੱਕ ਆਰਟੀਕਲ ਲਿਖਿਆ ਸੀ ਵੀ ਜ਼ਰੂਰੀ ਨਹੀਂ 2 ਘੰਟੇ ਤੁਸੀਂ ਸੈਰ ਹੀ ਕਰੋਗੇ, 2 ਘੰਟੇ ਤੁਸੀਂ ਸਿਰਫ ਇਕੱਲੇ ਵੀ ਬਹਿ ਜਾਓ ਨਾ, ਤੁਹਾਨੂੰ ਲੱਗਣੇ ਚਾਹੀਦੇ ਕਿ ਮੇਰੇ ਘੰਟੇ ਨੇ ਨਾ। ਹੁਣ ਮੈਂ ਨਾ ਏਜ 'ਚ ਬਹੁਤ ਸਾਰੀਆਂ ਚੀਜ਼ਾਂ ਨੂੰ ਸ਼ੁਰੂ ਕੀਤਾ, ਜਿਵੇਂ ਮੈਂ ਸ਼ਾਮ ਨੂੰ ਸਾਰਾ ਕੰਮ ਕਰਕੇ ਅੱਗੇ ਆਪਣੇ ਬੱਚਿਆਂ ਕੋਲ ਬੈਠਦੀ ਸੀ, ਅਸੀਂ 1.5-2 ਘੰਟੇ ਗੱਲ ਕਰਦੇ ਸੀ। ਹੁਣ ਮੈਂ ਉਹਨਾਂ ਕੋਲ ਘੰਟਾ ਬੈਠ ਕੇ ਘੰਟਾ ਇਕੱਲੀ ਬਾਹਰ ਬੈਠਦੀ ਹਾਂ ਵਿਹੜੇ 'ਚ, ਹੈ ਨਾ। ਉੱਥੇ ਮੈਨੂੰ ਜਿਹੜਾ ਕੋਈ ਚਾਹੇ ਕੋਈ ਸੈਡ ਸੌਂਗ ਮੈਨੂੰ ਪਸੰਦ ਹੋਵੇ, ਮੈਂ ਬਾਹਰ ਬਹਿ ਕੇ ਉਹ ਸੁਣ ਲੈਂਦੀ ਹਾਂ, ਕਿਸੇ ਨੂੰ ਮੈਂ ਅੰਦਰ ਜਾ ਕੇ ਬੁਲਾਉਂਦੀ ਨਹੀਂ ਉਹਨਾਂ ਚਿਰ, ਹੈ ਨਾ। ਤੇ ਉਹਦੇ 'ਚ ਤੁਹਾਨੂੰ ਐਂ ਲੱਗਦਾ ਹੁੰਦਾ ਵੀ ਚਾਹੇ ਕੁਛ ਨਹੀਂ ਹੋਇਆ ਪਰ 1 ਘੰਟਾ ਤੁਹਾਨੂੰ ਆਪਣੇ ਆਪ ਲਈ ਮਿਲ ਗਿਆ, ਸੈਲਫ ਰਿਲੈਕਸੇਸ਼ਨ, ਸੋਚਣ ਲਈ ਮਿਲਿਆ, ਜਾਂ ਤੁਸੀਂ ਆਪਣੇ ਲਈ ਕੁਝ ਕਰ ਲਿਆ, ਹੈ ਨਾ। ਇਹ ਚੀਜ਼ਾਂ ਕਰਨ ਤੋਂ ਅਸੀਂ ਡਰਦੇ ਹਾਂ, ਖਾਸ ਕਰਕੇ ਕੁੜੀਆਂ ਇਹਨਾਂ ਚੀਜ਼ਾਂ ਤੋਂ ਬਹੁਤ ਡਰਦੀਆਂ ਨੇ। ਉਹਨਾਂ ਨੂੰ ਲੱਗਦਾ ਕਿ ਜਿਵੇਂ ਆਪਾਂ ਨੂੰ ਨਾ ਆਦਤ ਹੁੰਦੀ ਆ ਵੀ ਮੈਂ ਸਾਰਾ ਦਿਨ ਘਰੇ ਕੰਮ ਕਰਦੀ ਰਹੀ, ਫਿਰ ਮੈਂ ਪੈ ਗਈ, ਘਰੇ ਕੋਈ ਆ ਗਿਆ ਮੈਂ ਜਦ ਹੀ ਉੱਠ ਕੇ ਖੜੀ ਹੋ ਜਾਊਂ ਵੀ ਹਾਏ ਇਹਨੂੰ ਕਿਤੇ ਇਹ ਨਾ ਲੱਗੇ ਵੀ ਇਹ ਪਈ ਸੀਗੀ, ਹੈ ਨਾ। ਅਸੀਂ ਫਾਰਮੈਲਿਟੀਜ਼ ਬਹੁਤ ਕਰਦੇ ਹਾਂ, ਸਾਨੂੰ ਲੱਗਣ ਲੱਗ ਜਾਂਦਾ ਕਿ ਮੈਂ ਕੋਈ ਚੀਜ਼ ਨਾ ਖਰੀਦਾਂ ਜਿੰਨਾ ਚਿਰ ਮੇਰੇ ਨਿਆਣਿਆਂ ਦੀ ਆ ਜ਼ਰੂਰਤ ਨਹੀਂ ਪੂਰੀ ਹੁੰਦੀ, ਮੇਰੇ ਘਰ ਦੀ ਨਹੀਂ, ਹੈ ਨਾ। ਚੀਜ਼ਾਂ ਵੀ ਆਪਦੇ ਲਈ ਖਰੀਦਣੀਆਂ ਚਾਹੀਦੀਆਂ ਨੇ, ਜ਼ਰੂਰੀ ਨਹੀਂ ਕਿ ਤੁਹਾਡੇ ਕੋਲ 10 ਜਾਂ 5 ਸਾਲ ਪਏ ਨੇ। ਕੱਲ੍ਹ ਮੈਂ ਕਿਸੇ ਇੱਕ ਪਾਕਿਸਤਾਨੀ ਸ਼ਾਇਰ ਨੇ ਉਹਨਾਂ ਨੂੰ ਸੁਣਦੀ ਵੀ ਸੀ, ਉਹ ਕਹਿੰਦੇ ਕਿ ਜਿਹੜੀ ਚੀਜ਼ ਦੀ ਤੁਹਾਨੂੰ ਇੱਛਾ ਹੋ ਰਹੀ ਆ ਤੇ ਤੁਸੀਂ ਉਸ ਚੀਜ਼ ਲਈ ਆਪਣਾ ਬਜਟ ਕੱਢ ਸਕਦੇ ਹੋ, ਕਹਿੰਦੇ ਤੁਹਾਨੂੰ ਉਹ ਖਰੀਦਣੀ ਚਾਹੀਦੀ ਹੈ। ਕਦੇ ਵੀ ਉਸ ਚੀਜ਼ ਨੂੰ ਪੋਸਟਪੋਨ ਨਾ ਕਰੋ ਕਿ ਮੈਂ ਉਦੋਂ ਖਰੀਦੂੰਗਾ ਇਹ ਚੀਜ਼, ਹੈ ਨਾ। ਅਸੀਂ ਉਡੀਕਦੇ ਰਹਿੰਦੇ ਹਾਂ ਕਿ 50,000 ਇਕੱਠਾ ਹੋਊਗਾ ਫਿਰ ਮੈਂ ਘੁੰਮਣ ਜਾਊਂਗਾ, ਆਹ ਚੀਜ਼ਾਂ ਤੋਂ ਵਿਹਲਾ ਹੋਊਂਗਾ ਫਿਰ ਮੈਂ ਫਲਾਣੀ ਜਗ੍ਹਾ ਤੇ ਜਾਊਂਗਾ।
ਤੁਹਾਨੂੰ ਕਿਸੇ ਨੇ ਸਰਟੀਫਿਕੇਟ ਨਹੀਂ ਦੇਣਾ ਕਿ ਤੂੰ ਜ਼ਿੰਦਗੀ 'ਚ ਮੇਰੇ ਲਈ ਆ ਕੀਤਾ, ਨਹੀਂ ਦਿੰਦਾ। ਮੇਰੇ 40 ਸਾਲ ਦੇ ਤਜਰਬੇ ਤੋਂ ਪੁੱਛੋ ਕਿ ਕਦੀ ਕੋਈ ਤੁਹਾਨੂੰ ਐਪਰੀਸ਼ੀਏਟ ਤੱਕ ਨਹੀਂ ਆ ਕੇ ਇੰਨਾ ਕੁ ਵੀ ਕਰਦਾ ਵੀ ਤੂੰ ਸਾਡੇ ਲਈ ਬਹੁਤ ਕੀਤਾ। ਉਹ ਨਾ ਤੁਹਾਡੇ ਘਰਦਿਆਂ ਨੇ ਕਰਨਾ, ਨਾ ਕੱਲ ਨੂੰ ਤੁਹਾਡੇ ਨਿਆਣਿਆਂ ਨੇ ਕਰਨਾ। ਨਿਆਣੇ ਸਗੋਂ ਆਪਾਂ ਜਿਵੇਂ ਆਪਣੇ ਮਾਪਿਆਂ ਨੂੰ ਕਹਿ ਦਿੰਦੇ ਆ ਨਾ ਵੀ ਤੁਹਾਡੀ ਜ਼ਿੰਮੇਵਾਰੀ ਆ ਆਪਦੇ ਬੱਚਿਆਂ ਲਈ ਕਰਨਾ, ਤੁਹਾਡਿਆਂ ਨੇ ਵੀ ਕੱਲ ਨੂੰ ਤੁਹਾਨੂੰ ਇਹੀ ਗੱਲ ਕਹਿਣੀ ਆ ਕੇ, ਹਨਾ। ਜੇ ਕਿਤੇ ਤੁਸੀਂ ਮਹੀਨੇ ਚ ਘਰ ਚੋਂ 2 ਦਿਨ ਐਬਸੈਂਟ ਹੋ ਜਾਓਗੇ, ਕੋਈ ਪਹਾੜ ਨਹੀਂ ਟੁੱਟਦਾ। ਮੈਂ ਇਹ ਵੀ ਕਰਕੇ ਦੇਖਿਆ ਹੋਇਆ, ਸਭ ਕੁਝ ਸਮੂਥ ਚੱਲਦਾ ਜ਼ਿੰਦਗੀ 'ਚ, ਸਗੋਂ ਲੋਕ ਤੁਹਾਡੀ ਐਬਸੈਂਸ ਨੂੰ ਇੰਜੋਏ ਕਰਦੇ ਨੇ। ਤੇ ਇਹ ਚੀਜ਼ਾਂ ਕਰਨ ਨਾਲ ਕੁਝ ਵੀ ਨਹੀਂ ਹੁੰਦਾ। ਸੱਚੀ ਆਪਣੇ ਲਈ ਖੁਸ਼ ਰਹਿਣਾ ਸਿੱਖੋ। ਤੁਸੀਂ ਬਾਹਰੋਂ ਬੜੇ ਤੰਦਰੁਸਤ ਦਿਖਦੇ ਹੋ, ਕੌਣ ਅੰਦਰੋਂ ਕਿੰਨਾ ਕੁਝ ਚੁੱਕੀ ਫਿਰਦਾ, ਕਿੰਨੀਆਂ ਕੁ ਬਿਮਾਰੀਆਂ ਲੋਕੀ ਅੰਦਰ ਲਾਈ ਬੈਠੇ ਨੇ ਸਿਰਫ ਇਸ ਚੀਜ਼ ਲਈ ਕਿ ਲੋਕ ਕੀ ਕਹਿਣਗੇ, ਹਨਾ। ਤੇ ਲੋਕ ਕੀ ਕਹਿਣਗੇ ਦੇ ਚੱਕਰ 'ਚ ਤੁਸੀਂ ਕਿੰਨੇ ਪਲ ਆਪਣੇ, ਕਿੰਨੇ ਦਿਨ, ਕਿੰਨੇ ਸਾਲ ਆਪਦੇ ਵੇਸਟ ਕੀਤੇ ਹੋਏ ਨੇ। ਇਹ ਆਪਾਂ ਨੂੰ ਨਾ ਉਦੋਂ ਪਤਾ ਲੱਗਦਾ ਜਦੋਂ ਗੋਡੇ ਖੜਨ ਲੱਗ ਜਾਂਦੇ ਨੇ। ਬਿਲਕੁਲ। ਤੇ ਕਈ ਵਾਰੀ ਆਪਾਂ ਇਹੀ ਚੀਜ਼ਾਂ ਸੋਚਦੇ ਰਹਿੰਦੇ ਆ ਕਿ ਹਾਂ ਕੋਈ ਮੈਨੂੰ ਕੁਝ ਕਹਿ ਨਾ ਦੇਵੇ, ਕੋਈ ਮੈਨੂੰ ਕੁਝ ਸੁਣਾ ਨਾ ਦੇਵੇ, ਹਨਾ। ਫਿਰ ਮੈਂ ਕਹਿੰਦੀ ਆ ਵੀ ਚਲੋ ਠੀਕ ਆ, ਆਪਾਂ ਸਮਾਜ 'ਚ ਰਹਿੰਦੇ ਆ, ਪਰਿਵਾਰਾਂ 'ਚ ਰਹਿੰਦੇ ਆ, ਉਹਨਾਂ ਚੀਜ਼ਾਂ ਦਾ ਵੀ ਸਾਨੂੰ ਧਿਆਨ ਰੱਖਣਾ ਪੈਂਦਾ ਕਿ ਮੇਰੇ ਕਰਕੇ ਕਿਸੇ ਨੂੰ ਕੋਈ ਮਤਲਬ ਕਿਸੇ ਦਾ ਦਿਲ ਨਾ ਦੁੱਖ ਜੇ, ਜਾਂ ਮੈਂ ਕਿਸੇ ਨੂੰ ਕੋਈ ਠੇਸ ਨਾ ਪਹੁੰਚਾ ਦੇਵਾਂ। ਪਰ ਉੱਥੇ ਤੁਹਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਵੀ ਮੈਂ ਵੀ ਜਿਉਣ ਆਇਆ, ਵੀ ਮੇਰੀ ਵੀ ਜ਼ਿੰਦਗੀ ਹੈ, ਮੈਨੂੰ ਮੇਰੇ ਲਈ ਉਹ ਮਿਲੀ, ਮੈਂ ਵੀ ਜਿਉਣ ਆਇਆ। ਤੇ ਜਦੋਂ ਸਭ ਕੁਝ ਤੁਹਾਡੇ ਕੋਲੇ ਹੈਗਾ ਤੇ ਇੱਕ ਗੱਲ ਦਿਮਾਗ 'ਚ ਬਿਠਾ ਲਓ ਕਿ ਜ਼ਿੰਦਗੀ 'ਚ ਤੁਹਾਨੂੰ ਅੱਜ ਨਾਲੋਂ ਆਉਣ ਵਾਲੇ 10 ਸਾਲਾਂ 'ਚ 10 ਗੁਣਾ ਵਧੀਆ ਤੁਹਾਡੀ ਜ਼ਿੰਦਗੀ ਹੋਊਗੀ, 10 ਗੁਣਾ ਜ਼ਿਆਦਾ ਤੁਹਾਡੇ ਕੋਲ ਪੈਸਾ ਹੋਊਗਾ। ਅੱਜ ਨਾਲੋਂ ਤੁਹਾਡੇ ਕੋਲੇ ਵੱਡੀ ਗੱਡੀ ਹੋ ਸਕਦੀ ਆ, ਤੁਹਾਡੇ ਨਿਆਣੇ ਠੀਕ ਠਾਕ ਵਧੀਆ ਆਪਦੇ ਕੰਮਾਂ ਕਾਰਾਂ ਤੇ ਹੋ ਸਕਦੇ ਨੇ। ਪਰ ਜੇ ਤੁਸੀਂ ਇਹ ਨਹੀਂ ਸੋਚਿਆ ਕਿ ਮੈਂ ਖੁਸ਼ ਕਿੱਥੇ ਜਾ ਕੇ ਹੋਣਾ ਆ, ਤਾਂ ਫਿਰ ਤੁਸੀਂ ਨਾ ਉਦੋਂ ਹੋ ਸਕਦੇ ਹੋ ਤੇ ਨਾ ਤੁਸੀਂ ਅੱਜ ਹੋ, ਹਨਾ। ਤੇ ਦੂਸਰੀ ਗੱਲ ਆ, ਆਪਾਂ ਕਈ ਵਾਰੀ ਨਾ ਉਹਨਾਂ ਚੀਜ਼ਾਂ ਨੂੰ ਹੀ ਸੋਚੀ ਜਾਂਦੇ ਜਿਹੜੀਆਂ ਹਾਲੇ ਤੱਕ ਹੋਈਆਂ ਹੀ ਨਹੀਂ। ਇਹ ਵੀ ਨਹੀਂ ਹੋਣਾ ਚਾਹੀਦਾ। ਸਾਡੀ ਭੂਆ ਦੀ ਕੁੜੀ ਆ ਤੇ ਉਹਨੇ ਮੈਨੂੰ ਇੱਕ ਵਾਰੀ ਗੱਲ ਕਹੀ ਸੀ ਕਿ ਕਹਿੰਦੇ ਜਿਹੜੀ ਚੀਜ਼ ਹਾਲੇ ਹੋਈ ਨਹੀਂ ਹੈਗੀ, ਤੁਹਾਨੂੰ ਲੱਗਦਾ ਵੀ ਇਹ ਹੋ ਨਾ ਜਾਵੇ, ਕਹਿੰਦੀ ਜਿਹੜਾ ਹੋ ਨਾ ਜਾਵੇ ਚ ਨਾ ਤੁਸੀਂ ਅੱਧੀ ਜ਼ਿੰਦਗੀ ਖਰਾਬ ਕਰ ਲੈਂਦੇ ਹੋ। ਬਿਲਕੁਲ। ਤੇ ਦੂਸਰਾ ਕਹਿੰਦੇ ਇਹ ਗੱਲ ਹਮੇਸ਼ਾ ਦਿਮਾਗ 'ਚ ਬਿਠਾ ਕੇ ਮੈਂ ਚੱਲਦੀ ਆ ਕਿ ਜੋ ਹੋਣਾ ਉਹ ਹੋਈ ਹੋਈ ਜਾਣਾ ਆ। ਉਹਨੂੰ ਤੁਸੀਂ ਜ਼ਿਆਦਾ ਸੋਚ ਕੇ ਉਹਨੂੰ ਤੁਸੀਂ ਰੋਕ ਨਹੀਂ ਸਕਦੇ ਹੈਗੇ, ਹਨਾ। ਜਾਂ ਉਹਦੇ ਬਾਰੇ ਤੁਸੀਂ ਕੁਝ ਕਰ ਲਓਗੇ। ਜਿਹੜੀ ਚੀਜ਼ ਉਹ ਕਹਿੰਦੇ ਉਹਨਾਂ ਚੀਜ਼ਾਂ ਤੇ ਸਿਰਫ ਸੋਚੋ ਜਿਨ੍ਹਾਂ ਨੂੰ ਤੁਸੀਂ ਕੰਟਰੋਲ ਕਰ ਸਕਦੇ। ਇਹ ਚੀਜ਼ ਸਾਨੂੰ ਡਾਕਟਰ ਅਮਰਵੀਰ ਨੇ ਵੀ ਕਹੀ ਸੀਗੀ। ਉਹ ਕਹਿੰਦੇ ਕਿ ਸਾਨੂੰ ਸਿਰਫ ਉਸੇ ਚੀਜ਼ ਦੀ ਟੈਨਸ਼ਨ ਲੈਣੀ ਚਾਹੀਦੀ ਹੈ ਜਿਹੜੀਆਂ ਚੀਜ਼ਾਂ ਨੂੰ ਤੁਸੀਂ ਕੰਟਰੋਲ ਕਰ ਸਕਦੇ ਹੋ, ਤੁਹਾਡੇ ਵੱਸ 'ਚ ਨੇ। ਜਿਹੜੀਆਂ ਚੀਜ਼ਾਂ ਤੁਹਾਡੇ ਕੰਟਰੋਲ 'ਚ ਹੀ ਨਹੀਂ ਹੈਗੀਆਂ, ਤੁਹਾਡੇ ਵੱਸ 'ਚ ਹੀ ਨਹੀਂ ਹੈਗੀਆਂ, ਤੁਸੀਂ ਕੁਝ ਕਰ ਹੀ ਨਹੀਂ ਸਕਦੇ ਉਹਨਾਂ ਬਾਰੇ, ਉਹ ਕਹਿੰਦੇ ਵੀ ਉਹਨਾਂ ਚੀਜ਼ਾਂ ਬਾਰੇ ਸੋਚ ਕੇ ਚਿੰਤਾ ਨਾ ਵਧਾਓ, ਹਨਾ। ਤੇ ਦੂਸਰੀ ਗੱਲ, ਜਿਹੜੀ ਚੀਜ਼ ਹਲੇ ਹੋਈ ਹੋਈ ਨਹੀਂ, ਤੁਸੀਂ ਸੋਚਦੇ ਹੋ, ਤੁਹਾਨੂੰ 24 ਘੰਟੇ ਤੁਹਾਡੇ ਮਨ 'ਚ ਇੱਕ ਡਰ ਬਣਿਆ ਰਹਿੰਦਾ ਆ ਕਿਤੇ ਇਹ ਚੀਜ਼ ਹੋ ਨਾ ਜਾਵੇ। ਖਾਂਦੇ, ਬਹਿੰਦੇ, ਉੱਠਦੇ, ਪੀਂਦੇ ਤੁਹਾਡੇ ਦਿਮਾਗ 'ਚ ਹੀ ਚੱਲਦਾ, ਹਾਏ ਕਿਤੇ ਆਏ ਨਾ ਹੋ ਜਾਵੇ। ਕਹਿੰਦੇ ਜਿਹੜੀ ਚੀਜ਼ ਹਲੇ ਹੋਈ ਹੋਈ ਨਹੀਂ ਹੈਗੀ ਤਾਂ ਉਹਦੇ ਬਾਰੇ ਸੋਚਣਾ ਕਿਉਂ? ਜਦੋਂ ਹੋਊਗੀ ਤਾਂ ਉਹਦਾ ਰੱਬ ਨੇ ਕੋਈ ਨਾ ਕੋਈ ਹੱਲ ਵੀ ਉੱਦਾਂ ਦਾ ਰੱਖਿਆ ਹੋਊਗਾ। ਜੇ ਕੋਈ ਸਿਚੁਏਸ਼ਨ ਇੱਦਾਂ ਦੀ ਔਖੀ ਸੌਖੀ ਬਣਦੀ ਆ ਤਾਂ ਮੈਨੂੰ ਪ੍ਰਮਾਤਮਾ ਉਨੀ ਸਮਰੱਥਾ ਵੀ ਦਊਗਾ ਕਿ ਮੈਂ ਉਸ ਸਿਚੁਏਸ਼ਨ ਦੇ ਨਾਲ ਲੜ ਸਕਾਂ, ਡੀਲ ਕਰ ਸਕਾਂ, ਹਨਾ। ਕਈ ਵਾਰੀ ਨਾ ਆਪਾਂ ਸੱਚੀ ਆਪਣੇ ਕੋਲ ਸਾਰਾ ਕੁਝ ਹੁੰਦਾ ਆ, ਆਪਾਂ ਨੂੰ ਵੈਸੇ ਹੀ ਨਾ ਜ਼ਿਆਦਾ ਹੀ ਸੋਚਣ ਦੀ ਆਦਤ ਹੁੰਦੀ ਆ, ਤਾਂ ਉਹਦੇ ਕਰਕੇ ਤੁਸੀਂ ਆਪਣਾ ਪ੍ਰੈਜ਼ੈਂਟ ਵੀ ਖਰਾਬ ਕਰਦੇ ਹੋ ਤੇ ਤੁਸੀਂ ਪ੍ਰੈਜ਼ੈਂਟ ਇੰਨੀ ਟੈਨਸ਼ਨ ਲੈ ਕੇ ਤੁਸੀਂ ਆਪਣੀ ਸਿਹਤ ਖਰਾਬ ਕਰਕੇ ਤੁਸੀਂ ਆਪਣਾ ਫਿਊਚਰ ਵੀ ਖਰਾਬ ਕਰ ਲੈਂਦੇ ਹੋ, ਹਨਾ। ਸੋ ਮੈਨੂੰ ਲੱਗਦਾ ਕਿ ਸਿਰਫ ਓਨਾ ਹੀ ਸੋਚੋ, ਜ਼ਿੰਦਗੀ 'ਚ ਓਨੀ ਹੀ ਚਿੰਤਾ ਲੈ ਕੇ ਆਓ ਜਿੰਨੇ ਦੀ ਜ਼ਰੂਰਤ ਆ। ਜਿੱਥੇ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ ਮੇਰੇ ਹੱਥ ਵੱਸ ਸੀਗੀ ਤੇ ਇੱਥੇ ਮੈਂ ਕੁਝ ਕੀਤਾ ਨਹੀਂ ਤੇ ਮੈਂ ਕੁਝ ਕਰ ਸਕਦਾ ਸੀ। ਤੇ ਜਿਹੜੀਆਂ ਛੋਟੀਆਂ ਬੇਸਿਕ ਚੀਜ਼ਾਂ ਨੇ ਜਿਹੜੇ ਸਾਡੇ ਸਿਆਣੇ ਸਾਨੂੰ ਸਿਖਾਉਂਦੇ ਨੇ, ਤਾਂ ਉਹਨਾਂ ਚੀਜ਼ਾਂ ਨੂੰ ਸਾਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ। ਵੀ ਜਦੋਂ ਤੁਸੀਂ ਖਾਣਾ ਖਾ ਰਹੇ ਹੋ ਸ਼ੁਕਰਾਨਾ ਕਰਕੇ ਖਾਓ, ਖਾਣੇ ਨੂੰ ਹਮੇਸ਼ਾ ਸਵਾਦ ਨਾਲ ਖਾਓ। ਖਾਣਾ ਜਦੋਂ ਰੋਟੀ ਪਾਣੀ ਤੁਸੀਂ ਖਾ ਰਹੇ ਹੋ ਸਿਰਫ ਰੋਟੀ ਪਾਣੀ ਹੀ ਖਾਓ, ਬਾਕੀ ਉਦੋਂ ਸਭ ਕੁਝ ਭੁੱਲ ਜਾਓ, ਹਨਾ। ਕਈ ਵਾਰੀ ਆਪਾਂ ਨੂੰ ਮੰਨ ਲਓ ਆਪਾਂ ਰੋਟੀ ਖਾ ਰਹੇ ਹਾਂ, ਕਿਸੇ ਨੇ ਆ ਕੇ ਕੋਈ ਗੱਲ ਕਹਿਤੀ, ਮੈਨੂੰ ਯਾਦ ਆ ਵੀ ਸਾਡੇ ਘਰੇ ਵੀ ਇੱਦਾਂ ਦੀ ਕੋਈ ਚੀਜ਼ ਹੋਈ। ਇੱਕ ਵਾਰੀ ਸਿਚੁਏਸ਼ਨ ਇੱਦਾਂ ਦੀ ਸੀ ਵੀ ਰੋਟੀ ਮੂੰਹ 'ਚ ਹੀ ਫੁੱਲ ਜਾਂਦੀ ਸੀਗੀ ਆਪਣੇ, ਹਨਾ। ਇਹ ਇੱਦਾਂ ਹੁੰਦਾ ਵੀ ਤੁਹਾਡਾ ਮਨ ਇੰਨਾ ਜ਼ਿਆਦਾ ਅਸਰ ਕਰਦਾ ਤੁਹਾਡੇ ਤੇ, ਹਨਾ। ਸੋ ਕਈ ਵਾਰੀ ਤੁਸੀਂ ਜਿਵੇਂ ਉਹਨਾਂ ਨੇ ਕਿਹਾ ਕਿ ਬਹੁਤ ਹੈਲਦੀ ਚੀਜ਼ਾਂ ਖਾਂਦੇ ਹੋਏ ਵੀ ਤੁਸੀਂ ਬਿਮਾਰ ਹੋ ਸਕਦੇ ਹੋ ਕਿਉਂਕਿ ਤੁਹਾਡਾ ਮਨ ਤੰਦਰੁਸਤ ਨਹੀਂ ਆ। ਸੋ ਸਾਡੇ ਲਈ ਮਤਲਬ ਜਿਉਣੇ ਆਪਾਂ ਹਰ ਇੱਕ ਚੀਜ਼ ਦੀ ਲੋੜ ਹੁੰਦੀ ਆ ਬੰਦੇ ਨੂੰ,
ਪਰ ਜੇ ਤੁਸੀਂ ਖੁਸ਼ ਹੀ ਨਹੀਂ ਹੈਗੇ ਤਾਂ ਉਹ ਚੀਜ਼ਾਂ, ਉਹ ਲੋੜਾਂ, ਪੈਸਾ, ਦੌਲਤ, ਸ਼ੌਹਰਤ, ਰਿਸ਼ਤੇ ਨਾਤੇ ਕੁਛ ਵੀ ਤੁਹਾਡੇ ਲਈ ਮਾਇਨੇ ਨਹੀਂ ਰੱਖਦੇ ਜੇ ਤੁਸੀਂ ਆਪ ਹੀ ਨਹੀਂ ਤੰਦਰੁਸਤ ਹੈਗੇ ਨਾ। ਸੋ ਮੈਂ ਕਹਿੰਦੀ ਹਾਂ ਹਰ ਬੰਦੇ ਦੀ ਪ੍ਰਾਇੋਰਟੀ ਹੋਣੀ ਚਾਹੀਦੀ ਆ, ਇਹ ਪਹਿਲ ਤੇ ਸੋਚਣਾ ਚਾਹੀਦਾ ਵੀ ਮੈਂ ਖੁਸ਼ ਕਰਨਾ, ਇਹ ਨਹੀਂ ਵੀ ਕਿਸੇ ਨੂੰ ਤੰਗ ਕਰਕੇ ਖੁਸ਼ ਹੋਣਾ ਮੈਂ ਆ। ਖੁਸ਼ ਰਹਿਣਾ ਤੇ ਦੂਜਿਆਂ ਨੂੰ ਵੀ ਰਹਿਣ ਦੇਣਾ। ਹਾਂ, ਮੈਂ ਖੁਸ਼ ਰਹਿਣਾ ਤੇ ਦੂਜਿਆਂ ਨੂੰ ਵੀ ਰਹਿਣ ਦੇਣਾ ਹੈ ਨਾ। ਵੀ ਜਿਹੜੀ ਚੀਜ਼ ਹਲੇ ਨਹੀਂ ਹੋਈ ਉਹਦੇ ਬਾਰੇ ਸੋਚਣਾ ਨਹੀਂ, ਤੇ ਅੱਜ ਜਿੰਨਾ ਕੁ ਮੇਰੇ ਕੋਲੇ ਅੱਜ ਹੈਗਾ ਉਹਦੇ 'ਚ ਮੈਂ ਸੰਤੁਸ਼ਟ ਰਵਾਂ। ਜੋ ਮੈਂ ਖਾ ਪੀ ਰਿਹਾ ਉਹਨੂੰ ਮੈਂ ਚੰਗੇ ਮਨ ਦੇ ਨਾਲ, ਖੁਸ਼ ਮਨ ਦੇ ਨਾਲ ਖਾਵਾਂ, ਹੈ ਨਾ। ਤੇ ਮੈਂ ਕਹਿੰਦੀ ਹਾਂ ਸਾਨੂੰ ਵਾਰ-ਵਾਰ ਆਪਣੇ ਆਪ ਨੂੰ ਯਾਦ ਕਰਾਉਣਾ ਚਾਹੀਦਾ ਕਿ ਮੈਂ ਖੁਸ਼ ਰਹਿਣਾ, ਮੈਂ ਖੁਸ਼ ਰਹਿਣਾ ਆ, ਹੈ ਨਾ। ਬਹੁਤ ਸਾਰੀਆਂ ਚੀਜ਼ਾਂ ਨਾ ਗੁਰਦੀਪ, ਜਿਵੇਂ ਆਪਾਂ ਕਹਿੰਦੇ ਹੁੰਦੇ ਨਾ ਵੀ ਸਭ ਤੋਂ ਵੱਡੇ ਅਦਾਕਾਰ ਉਹ ਹੁੰਦੇ ਨੇ ਜਿਹੜੇ ਕਦੀ ਪਰਦੇ ਤੇ ਨਹੀਂ ਆਏ, ਹੈ ਨਾ। ਆਪਾਂ ਸਾਰੇ ਜ਼ਿੰਦਗੀ 'ਚ ਅਦਾਕਾਰ ਆ। ਆਪਾਂ ਕੀ ਕਰਦੇ ਆ, ਖਾਂਦੇ ਆ ਲੋਕਾਂ ਨੂੰ ਦਿਖਾਉਣ ਲਈ, ਪਾਉਂਦੇ ਆ ਲੋਕਾਂ ਨੂੰ ਦਿਖਾਉਣ ਲਈ, ਕੁਛ ਬਣਾਉਂਦੇ ਆ ਲੋਕਾਂ ਨੂੰ ਦਿਖਾਉਣ ਲਈ। ਕਈ ਚੀਜ਼ਾਂ ਸਾਡੇ ਘਰਾਂ 'ਚ ਇਹੋ ਜਿਹੀਆਂ ਹੁੰਦੀਆਂ ਨੇ ਜਿਹਦੀਆਂ ਸਾਨੂੰ ਜ਼ਰੂਰਤਾਂ ਨਹੀਂ ਹੁੰਦੀਆਂ, ਤੇ ਉਹ ਜਾਂ ਤਾਂ ਸਾਡੀਆਂ ਲਿਮਟਾਂ ਤੇ ਹੋਣਗੀਆਂ, ਜਾਂ ਬੈਂਕ 'ਚੋਂ ਅਸੀਂ ਕਰਜ਼ੇ ਲਏ ਹੋਣਗੇ, ਜਾਂ ਫਿਰ ਉਹ ਅਸੀਂ ਕਿਸ਼ਤਾਂ ਤੇ ਖਰੀਦੀਆਂ ਹੁੰਦੀਆਂ ਨੇ ਨਾ। ਕਾਹਦੇ ਲਈ ਹੁੰਦੀਆਂ ਨੇ? ਸਿਰਫ ਲੋਕਾਂ ਨੂੰ ਦਿਖਾਉਣ ਲਈ ਹੁੰਦੀਆਂ ਨੇ। ਤੁਹਾਡੀ ਆਪਣੀ ਕੋਈ ਖੁਸ਼ੀ ਨਹੀਂ ਉਹਦੇ 'ਚ ਹੁੰਦੀ। ਤੇ ਮੈਨੂੰ ਲੱਗਦਾ ਕਿ ਇਹ ਸਾਰੀਆਂ ਚੀਜ਼ਾਂ ਕਰਨ ਨਾਲੋਂ ਉਹ ਸਭ ਕੁਝ ਨਹੀਂ ਕਰਨਾ ਲਾਜ਼ਮੀ ਕਿ ਜਿਹੜਾ ਤੁਹਾਨੂੰ ਖੁਸ਼ੀ ਦਿੰਦਾ, ਹੈ ਨਾ। ਆਪਾਂ ਕਿੰਨਾ ਕੁਛ ਸਮਾਂ ਉਡੀਕਦੇ ਹਾਂ ਕਿ 10 ਸਾਲ ਨੂੰ, 5 ਸਾਲ ਨੂੰ। ਕਈ ਵਾਰੀ ਮੈਂ ਹਿਸਾਬ ਲਾਇਆ ਕਿ 5 ਸਾਲ ਪਹਿਲਾਂ ਸਗੋਂ ਜ਼ਿੰਦਗੀ ਸੋਹਣੀ ਹੁੰਦੀ ਆ, ਤੇ ਜਿਹੜੇ ਸਮੇਂ ਨੂੰ ਉਡੀਕ ਰਹੇ ਹੁੰਦੇ ਉਹ ਬਹੁਤ ਜ਼ਿਆਦਾ ਭੈੜਾ ਹੁੰਦਾ, ਹੈ ਨਾ। ਤੇ ਜਿਹੜਾ ਤੁਹਾਡੇ ਕੋਲ ਹੈ ਵਕਤ, ਜਿਹੋ ਜਿਹਾ ਵੀ ਮਰਜ਼ੀ ਉਹਨੂੰ ਇੰਜੋਏ ਕਰ ਲਓ। ਇੱਕ ਨਾ ਮੈਨੂੰ ਲੱਗਦਾ ਹਰ ਬੰਦੇ ਨੂੰ ਝੋਰਾ ਛੱਡਣਾ ਚਾਹੀਦਾ। ਉਹ ਝੋਰਾ ਹੋਣਾ ਚਾਹੀਦਾ ਕਿ ਜੇ ਤੂੰ ਆ ਮੈਂ ਤਾਂ ਖੁਸ਼ ਰਹੂੰ, ਜੇ ਤੂੰ ਆ ਮੈਂ ਤਾਂ ਹੀ ਹੱਸੂੰ। ਤੁਹਾਡੀ ਖੁਸ਼ੀ ਦੂਜਿਆਂ ਤੇ ਡਿਪੈਂਡ ਕਰਦੀ ਹੈ। ਕਈਆਂ ਨੇ ਆਪਣੇ ਨਿਆਣਿਆਂ 'ਚ ਰੱਖੀ ਹੋਈ ਆ, ਕਈਆਂ ਨੇ ਆਪਣੇ ਘਰ ਵਾਲਿਆਂ 'ਚ, ਬੰਦਿਆਂ ਨੇ ਆਪਣੀਆਂ ਜਨਾਨੀਆਂ 'ਚ, ਜਾਂ ਫਿਰ ਅਸੀਂ ਆਪਣੇ ਮਾਪਿਓ। ਤੇ ਕਈ ਲੋਕ ਇਹੋ ਜਿਹੇ ਹੁੰਦੇ ਆ ਕਿ ਕਿਸੇ ਦਾ ਦੁਨੀਆ ਤੋਂ ਜਾਣਾ ਵੀ ਉਹ ਚੱਲ ਨਹੀਂ ਸਕਦੇ ਹੈਗੇ, ਤੁਹਾਡੀ ਜ਼ਿੰਦਗੀ 'ਚੋਂ ਜਾਣਾ ਉਹ ਚੱਲ ਨਹੀਂ ਸਕਦੇ। ਕਿੰਨੀਆਂ ਕੁੜੀਆਂ ਨੇ ਜਿਹੜੀਆਂ ਮੈਂ ਹੈਰਾਨ ਰਹਿ ਜਾਂਦੀ ਹਾਂ ਕਿ ਵਿਆਹ ਕੇ ਆਪਾਂ ਕਿੰਨੇ ਆਪਣੇ ਘਰ 'ਚ ਬਿਜ਼ੀ ਹੋ ਜਾਂਦੇ ਆਪਣੇ ਬੱਚਿਆਂ 'ਚ। ਉਹ ਕਹਿ ਦਿੰਦੀਆਂ ਨੇ ਕਿ ਮਾਂ ਪਿਓ ਦੀ ਡੈਥ ਤੋਂ ਬਾਅਦ ਮੈਨੂੰ ਫਲਾਣਾ ਸਟ੍ਰੋਕ ਆਉਣ ਲੱਗ ਗਿਆ, ਜਾਂ ਮੈਨੂੰ ਅਟੈਕ ਹੋ ਗਿਆ ਸੀ, ਜਾਂ ਮੈਨੂੰ ਆਹ ਚੀਜ਼ ਹੋ ਗਈ ਸੀ, ਹੈ ਨਾ। ਮੈਨੂੰ ਲੱਗਦਾ ਕਿ ਝੋਰੇ ਵੀ ਤੁਹਾਨੂੰ ਜ਼ਿੰਦਗੀ 'ਚੋਂ ਕੱਢਣੇ ਚਾਹੀਦੇ ਨੇ ਜੇ ਤੁਸੀਂ ਖੁਸ਼ ਰਹਿਣਾ। ਕੋਈ ਵੀ ਤਕਲੀਫ ਆਪਣੇ ਅੰਦਰ ਬਿਲਕੁਲ ਪੱਕੀਆਂ ਇੱਟਾਂ ਵਰਗੀ ਨਾ ਕਰ ਲਓ, ਹੈ ਨਾ। ਜਿਵੇਂ ਤੁਸੀਂ ਕਿਹਾ ਕਿ ਜ਼ਿੰਦਗੀ 'ਚ ਜੋ ਹੋਣਾ ਉਹ ਹੋ ਕੇ ਹੀ ਰਹਿਣਾ, ਉਹਨੂੰ ਤੁਸੀਂ ਫੜ ਨਹੀਂ ਸਕਦੇ, ਰੋਕ ਨਹੀਂ ਸਕਦੇ। ਤੇ ਫਿਰ ਤੁਸੀਂ ਆਪਣੇ ਆਪ ਨੂੰ ਉਹਦੇ ਨਾਲ ਇੰਨਾ ਕਿਉਂ ਜੋੜ ਰਹੇ ਹੋ ਕਿ ਤੁਹਾਡੀ ਸਾਰੇ ਹਾਸਾ ਹੀ ਉਹ ਚੀਜ਼ ਲੈ ਜਾਵੇ, ਤੁਹਾਡੀ ਖੁਸ਼ੀ ਹੋਈ ਉਹ ਚੀਜ਼ ਲੈ ਜਾਵੇ, ਹੈ ਨਾ। ਅਸੀਂ ਵਿਆਹ ਤੋਂ ਬਾਅਦ ਸਾਰੀ ਖੁਸ਼ੀ ਸਾਡੀ ਸਾਡੇ ਲਾਈਫ ਪਾਰਟਨਰ ਨਾਲ ਜੁੜ ਜਾਂਦੀ ਆ। ਜਦੋਂ ਥੋੜੇ ਮੈਚਿਓਰ ਹੁੰਦੇ ਆ ਫਿਰ ਬੱਚਿਆਂ 'ਚ ਜੁੜ ਜਾਂਦੀ ਆ, ਹੈ ਨਾ। ਤੇ ਕਾਹਦੇ ਲਈ ਜੋੜਦੇ ਆ ਕਿ ਮੈਂ ਇੱਕ ਕੁੜੀ ਨੇ ਕਿਹਾ ਸੀ, ਕਹਿੰਦੀ ਜਿਹਨੂੰ ਇਕੱਲਾ ਬਹਿ ਕੇ ਖਾਣਾ ਆ ਜਾਵੇ ਨਾ ਉਹ ਦੁਨੀਆ ਦਾ ਸਭ ਤੋਂ ਬਹਾਦਰ ਬੰਦਾ ਹੁੰਦਾ। ਅਸੀਂ ਤਾਂ ਉਹਨਾਂ 'ਚ ਰੋਟੀ ਨਹੀਂ ਖਾਂਦੇ ਜਿੰਨਾ ਚਿਰ ਘਰ ਦੇ ਸਾਰੇ ਨਹੀਂ ਖਾ ਲੈਂਦੇ, ਜਦ ਕਿ ਰੋਟੀ ਦੀ ਤਾਂ ਤੁਹਾਡੇ ਸਰੀਰ ਨੂੰ ਵੀ ਉਨੀ ਜ਼ਰੂਰਤ ਆ ਜਿੰਨੀ ਉਹਨਾਂ ਨੂੰ। ਤੁਸੀਂ ਕਹੋਗੇ ਫਿਰ ਆਪਾਂ ਕੁੜੀਆਂ ਤੇ ਆ ਜਾਂਦੇ। ਕਿੰਨੀਆਂ ਕੁੜੀਆਂ ਨੂੰ ਮੈਂ ਘਰਾਂ 'ਚ ਦੇਖਿਆ ਜਿਨ੍ਹਾਂ ਨੂੰ ਉਹ ਸਾਰੀਆਂ ਨੂੰ ਸਬਜ਼ੀ ਦੇ ਦੇਣਗੀਆਂ ਪਾ ਕੇ ਕੌਲੀਆਂ 'ਚ, ਜੇ ਆਪਦੇ ਲਈ ਨਹੀਂ ਬਚਦੀਆਂ ਕਹਿਣਗੀਆਂ ਕੋਈ ਗੱਲ ਨਹੀਂ ਮੈਂ ਤਾਂ ਅਚਾਰ ਨਾਲ ਹੀ ਖਾ ਲੂੰ, ਹੈ ਨਾ। ਵੀ ਖਾ ਲਾ ਤੂੰ ਵੀ ਆਪਣੇ ਲਈ, ਹੋ ਸਕਦਾ ਤੂੰ ਵੀ ਆਖਰੀ ਵਾਰੀ ਸਬਜ਼ੀ ਖਾ ਰਹੀ ਹੋਵੇ। ਤੇ ਮੈਨੂੰ ਲੱਗਦਾ ਵੀ ਕਿੰਨਾ ਕੁਛ ਤੁਸੀਂ ਦੂਜਿਆਂ ਲਈ ਛੱਡਦੇ ਰਹੋਗੇ ਲਾਈਫ 'ਚ। ਕਦੇ ਸੈਲਫਿਸ਼ ਹੋ ਜਾਓ ਕਿ ਆਹ ਚੀਜ਼ ਮੇਰੇ ਲਈ ਲਾਜ਼ਮੀ ਆ, ਹੈ ਨਾ। ਕਿੰਨਾ ਕੁਛ ਅੰਦਰ ਭਰਿਆ ਹੋਇਆ ਉਹਨੂੰ ਰਿਲੀਜ਼ ਕਰੋ। ਕਹਿ ਦਿਓ ਕਿਸੇ ਨੂੰ ਕੁਛ ਨਹੀਂ ਬੁਰਾ ਲੱਗਦਾ, 10 ਮਿੰਟ ਅਗਲਾ ਮੂੰਹ ਬਣਾ ਲੂ, ਪਰ ਆਪਣਾ ਅੰਦਰ ਕਿੰਨਾ ਸ਼ਾਂਤ ਹੋ ਜਾਂਦਾ ਉਸ ਚੀਜ਼ ਨਾਲ, ਹੈ ਨਾ। ਕਈ ਵਾਰੀ ਭੈਣੇ ਹੈਗੇ ਉਹ ਖੁਸ਼ ਰਹੋ ਆਪਣੇ। ਕਈ ਵਾਰੀ ਦੂਜੇ ਬੰਦੇ ਦੇ ਵਿੱਚੋਂ ਲੈਣਾ ਦੇਣਾ ਵੀ ਕੁਛ ਨਹੀਂ ਹੁੰਦਾ, ਮੈਂ ਇਕੱਲਾ ਵੀ ਨਹੀਂ ਖੁਸ਼। ਬਿਲਕੁਲ। ਕਈ ਵਾਰੀ ਇਹ ਹੁੰਦਾ ਹੈ ਕਿ ਉਹਦੇ 'ਚ ਹੀ ਨਹੀਂ ਵੀ ਮੈਨੂੰ ਕਿਸੇ ਨੇ ਕਹਿਤਾ ਜਾਂ ਮੇਰੇ ਦਿਲ 'ਚ ਕਿਸੇ ਲਈ ਕੋਈ ਗੱਲ ਆ। ਕਈ ਵਾਰ ਸਾਰਾ ਕੁਛ ਵਧੀਆ ਹੁੰਦੇ ਸੁਣਦੇ ਵੀ ਬੰਦਾ ਬਿਮਾਰ ਹੋ ਜਾਂਦਾ ਤੇ ਡਾਕਟਰਾਂ ਨੂੰ ਸਮਝ ਹੀ ਨਹੀਂ ਲੱਗ ਰਹੀ ਹੁੰਦੀ ਵੀ ਇਹਨੂੰ ਹੋਇਆ ਕੀ ਆ। ਖੁਸ਼ੀ ਤਾਂ ਤੁਹਾਡੀ ਇੱਕ ਚਾਹ ਦੇ ਕੱਪ 'ਚ ਵੀ ਹੋ ਸਕਦੀ ਹੈ। ਕਿਉਂਕਿ ਮੈਂ ਕਈ ਵਾਰੀ ਘਰੋਂ ਜਦੋਂ ਸਾਰੇ ਗਏ ਹੁੰਦੇ ਨੇ, ਬੱਚੇ ਸਕੂਲ ਗਏ ਹੁੰਦੇ ਨੇ, ਵੀ ਮੈਂ ਇਕੱਲੀ ਬਹਿ ਕੇ ਚਾਹ ਬਣਾਉਣੀ ਆ, ਤੇ ਚਾਹ ਬਣਾ ਕੇ ਮੈਂ ਕਈ ਵਾਰੀ ਉੱਥੇ ਕਿਚਨ ਦੀ ਵਿੰਡੋ 'ਚ ਹੀ ਖਲੋ ਕੇ ਪੀ ਲੈਂਦੀ ਹਾਂ। ਮੈਨੂੰ ਉਹ 'ਚ ਹੀ ਮਜ਼ਾ ਆਉਂਦਾ, ਹੈ ਨਾ। ਮੈਨੂੰ ਲੱਗਦਾ ਕਿ ਜ਼ਰੂਰੀ ਨਹੀਂ ਹਰ ਵਕਤ ਤੁਹਾਡੇ ਨਾਲ ਹੀ ਕੋਈ ਹੋਵੇ ਤੁਸੀਂ ਖੁਸ਼ ਹੋ। ਤੁਸੀਂ ਲੱਭੋ ਤਾਂ ਸਹੀ ਵੀ ਤੁਸੀਂ ਕਿਸ ਸਿਚੁਏਸ਼ਨ 'ਚ ਖੁਸ਼ ਹੋ ਨਾ। ਕਈ ਵਾਰੀ ਤੁਹਾਨੂੰ ਇੱਕ ਸਹੇਲੀ ਨੂੰ ਮਿਲ ਕੇ ਕਿਤੇ ਆਮ, ਚਾਹੇ ਤੁਸੀਂ ਇੱਕ ਲੱਕੜ ਦੇ ਬੈਂਚ ਤੇ ਬਹਿ ਕੇ ਮੁੜਿਆ ਹੋ, ਉੱਥੇ ਵੀ ਤੁਹਾਡਾ ਮਨ ਖੁਸ਼ ਹੋ ਜਾਂਦਾ। ਅਸੀਂ ਲੱਭਦੇ ਰਹਿੰਦੇ ਹਾਂ ਕਿ ਜਦੋਂ ਮੈਂ ਫਲਾਣੀ ਜਗ੍ਹਾ ਜਾਊਂਗੀ, ਦੂਰ ਜਾਊਂਗੀ, ਮੈਂ ਉੱਥੇ ਜਾਊਂਗੀ, ਮੈਂ ਪੇਕਿਆਂ ਦੇ ਜਾਊਂਗੀ, ਮੈਂ ਫੇਰ ਹੀ ਖੁਸ਼ ਹੋਊਂ। ਨਹੀਂ, ਖੁਸ਼ੀ ਤਾਂ ਤੁਹਾਨੂੰ ਅੰਦਰੋਂ ਪਤਾ ਹੋਵੇ ਵੀ ਤੁਹਾਡੀ ਕਿੱਥੇ ਹੈ। ਸਹੀ ਗੱਲ ਆ। ਵੀ ਖੁਸ਼ੀ ਲਈ ਵੀ ਸਾਲ ਨਾ ਮਿੱਥਦੇ ਰਹੋ। ਮੈਂ 5 ਸਾਲਾਂ ਨੂੰ ਖੁਸ਼ ਹੋਊਂਗੀ, ਮੈਂ 10 ਸਾਲਾਂ ਨੂੰ ਖੁਸ਼ ਹੋਊਂਗੀ, ਜਦੋਂ ਆਹ ਕੰਮ ਹੋ ਗਿਆ ਮੈਂ ਫੇਰ ਖੁਸ਼ ਹੋਊਂ, ਹੈ ਨਾ। ਜ਼ਿੰਦਗੀ ਅੱਜ ਹੀ ਆ। ਅੱਜ ਅੱਖਾਂ ਖੁੱਲੀਆਂ ਨੇ ਤਾਂ ਅੱਜ ਦੀ ਉਹ ਜ਼ਿੰਦਗੀ ਆ ਤੁਹਾਡੇ ਕੋਲੇ। ਤਾਂ ਮੈਨੂੰ ਲੱਗਦਾ ਕਿ ਸਵੇਰੇ ਰੋਜ਼ ਉੱਠਣ ਸਾਰ ਸਾਨੂੰ ਆਪਣੇ ਨਾਲ ਵਾਅਦਾ ਕਰਨਾ ਚਾਹੀਦਾ ਕਿ ਮੈਂ ਅੱਜ ਖੁਸ਼ ਰਹੂੰਗਾ, ਹੈ ਨਾ। ਮੈਂ ਆਪਣੇ ਆਪ ਨੂੰ ਖੁਸ਼ ਰੱਖੂੰਗਾ।
ਤਾਂ ਕਿ ਜਿਹੜਾ ਆਪਾਂ ਕਹਿੰਦੇ ਆ ਕਿ ਮੈਂ ਤਾਂ ਕਈ ਵਾਰੀ ਬੰਦੇ ਆਪਾਂ ਘਰਾਂ 'ਚ ਨਹੀਂ ਆਪਣੇ ਸੁਣਦੇ ਹੁੰਦੇ ਵੀ ਯਾਰ ਫਲਾਣਾ ਤਾਂ ਪਾਣੀ ਵੀ ਪੁਣ ਪੀਂਦਾ ਸੀਗਾ, ਵੀ ਉਹਨੂੰ ਖਨੀ ਏਡਾ ਰੋਗ ਕਿਵੇਂ ਲੱਗ ਗਿਆ, ਹਨਾ। ਉਹ ਰੋਗ ਇਸੇ ਕਰਕੇ ਲੱਗਦੇ ਨੇ ਕਿਉਂਕਿ ਜਦੋਂ ਸਾਡੇ ਅੰਦਰ ਬਹੁਤ ਕੁਝ ਇਕੱਠਾ ਹੋ ਜਾਂਦਾ, ਗਮ ਇਕੱਠੇ ਹੋ ਜਾਂਦੇ ਨੇ ਸਾਡੇ ਅੰਦਰ, ਸਾਨੂੰ ਆਦਤ ਹੀ ਪੈ ਜਾਂਦੀ ਹੈ ਹਰ ਟਾਈਮ ਕੋਈ ਨਾ ਕੋਈ ਫਿਕਰ ਦਿਮਾਗ ਤੇ ਲੈ ਕੇ ਚੱਲਣ ਦੀ, ਹਨਾ। ਉਹ ਜਿਹੜੇ ਹਰ ਟਾਈਮ ਆਪਾਂ ਕਹਿੰਦੇ ਮੈਂ ਕੀ ਕਰਾਂ, ਮੈਂ ਸੋਚਦਾ ਜਾਂ ਮੈਨੂੰ ਫਿਕਰ ਹੁੰਦੀ ਹੈ ਇਹਨਾਂ ਚੀਜ਼ਾਂ ਦੀ, ਠੀਕ ਆ, ਜਾਇਜ਼ ਆ, ਪਰ ਇਹ ਵੀ ਨਾ ਹੋਵੇ ਵੀ ਉਹ ਫਿਕਰ ਤੁਹਾਡੀ ਜਾਨ ਹੀ ਲੈ ਲੈਣ, ਹਨਾ। ਮਸਲੇ ਤਾਂ ਹਰ ਇੱਕ ਦੇ ਘਰਾਂ 'ਚ ਹੀ ਨੇ ਗੁਰਦੀਪ, ਚਾਹੇ ਉਹ ਕੋਈ 2 ਕਰੋੜ ਦੀ ਕਾਰ 'ਚ ਸਫ਼ਰ ਕਰਦਾ, ਚਾਹੇ ਕੋਈ ਕਿਸੇ ਕੋਲ ਹੈ ਵੀ ਨਹੀਂ, ਹਨਾ। ਜ਼ਿੰਦਗੀ 'ਚ ਜਿੰਨੇ ਸਾਡੇ ਜ਼ਿੰਦਗੀ 'ਚ ਸਹੇੜੀਆਂ ਹੋਈਆਂ ਚੀਜ਼ਾਂ ਨੇ ਉਸ ਹਿਸਾਬ ਨਾਲ ਸਾਡੇ ਮਸਲੇ ਨੇ। ਇਸ ਲਈ ਇਹ ਨਾ ਸੋਚੋ ਕਿ ਜਿਹੜੇ ਬਹੁਤ ਅਮੀਰ ਲੋਕ ਨੇ ਪਤਾ ਨਹੀਂ ਉਹ ਬਹੁਤ ਜ਼ਿਆਦਾ ਖੁਸ਼ ਰਹਿੰਦੇ ਹੋਣ। ਵੀ ਛੋਟੇ ਛੋਟੇ ਮੌਕੇ ਨਾ ਛੱਡੋ ਖੁਸ਼ ਹੋਣ ਦੇ, ਜਾਂ ਆਪਣੇ ਆਪ ਦੇ ਨਾਲ ਇਹ ਵਾਅਦਾ ਸੱਚੀ ਸਾਨੂੰ ਕਰਨਾ ਚਾਹੀਦਾ ਕਿ ਮੈਂ ਜ਼ਿੰਦਗੀ ਨੂੰ ਇੰਜੋਏ ਕਰੂੰਗਾ, ਜੋ ਕੁਝ ਵੀ ਹੈਗਾ ਮੈਂ ਉਹਦੇ 'ਚ ਹੀ ਸੈਟੀਸਫਾਈਡ ਰਹੂੰਗਾ। ਹਾਂ, ਅੱਜ ਤੋਂ 20 ਸਾਲਾਂ ਨੂੰ ਮੈਂ ਭਾਵੇਂ ਬਹੁਤ ਵਧੀਆ ਜ਼ਿੰਦਗੀ ਇਹਦੇ ਨਾਲੋਂ ਵੀ ਜ਼ਿਆਦਾ ਬੈਟਰ ਜ਼ਿੰਦਗੀ ਜਿਉ ਰਹੀ ਹੋਵਾਂ, ਉਹ 20 ਸਾਲਾਂ ਨੂੰ ਦੇਖਾਂਗੇ ਆਪਾਂ ਵੀ ਘੱਟੋ ਘੱਟ ਅੱਜ ਮੇਰੇ ਕੋਲ ਆ, 20 ਸਾਲਾਂ ਨੂੰ ਹੋਣਾ ਕਿ ਨਹੀਂ ਹੋਣਾ ਉਹ ਗੱਲ ਵੱਖਰੀ ਆ, ਪਰ ਅੱਜ ਮੇਰੇ ਕੋਲ ਹੈਗਾ ਤਾਂ ਅੱਜ ਦੀ ਜ਼ਿੰਦਗੀ ਮੈਂ ਖੁਸ਼ ਰਹਿਣਾ। ਤੁਸੀਂ ਇਹ ਦੇਖੋ ਵੀ ਤੁਸੀਂ ਰੋਜ਼ ਆਪਦੀ ਰੂਹ ਨੂੰ ਕਿੰਨੀ ਦਵਾਈ ਤੇ ਕਿੰਨੀ ਤੰਦਰੁਸਤੀ ਦਿਓਗੇ, ਦਵਾਈ ਤਾਂ ਚੱਲ ਕਾਹਨੂੰ ਦੇਣੀ ਹੈ, ਵੀ ਕਿੰਨੀ ਤੰਦਰੁਸਤੀ ਦੇ ਰਹੇ ਹੋ ਤੁਸੀਂ ਆਪਣੇ ਆਪ ਨੂੰ, ਸਿਰਫ ਉਹਦਾ ਕੀ ਕਰਨਾ, ਤੁਸੀਂ ਸਿਰਫ ਖੁਸ਼ ਰਹਿਣਾ ਆ, ਹਨਾ। ਸੋ ਮੈਨੂੰ ਲੱਗਦਾ ਕਿ ਪ੍ਰਾਇੋਰਟੀ ਤੁਹਾਡੀ ਜ਼ਿੰਦਗੀ ਦੀ ਇਹ ਹੋਣੀ ਚਾਹੀਦੀ ਹੈ ਕਿ ਮੈਂ ਖੁਸ਼ ਰਹਿਣਾ, ਦੈਟਸ ਇਟ, ਹਨਾ। ਚਲਿਏ ਫਿਰ ਹੁਣ ਸੋ ਅੱਜ ਦੇ ਪ੍ਰੋਗਰਾਮ ਗੱਲ ਤੇ ਗੱਲ 'ਚ ਇੰਨਾ ਹੀ। ਮੈਨੂੰ ਪਤਾ ਨਹੀਂ ਵੀ ਜੋ ਗੱਲ ਅਸੀਂ ਕਹਿਣਾ ਚਾਹੁੰਦੇ ਸੀ ਉਹ ਕਹਿ ਪਾਏ ਆ ਜਾਂ ਨਹੀਂ, ਪਰ ਗੱਲ ਇੰਨੀ ਹੋਈ ਸੀਗੀ ਕਿ ਜ਼ਿੰਦਗੀ 'ਚ ਅਸੀਂ ਸਾਰੀਆਂ ਚੀਜ਼ਾਂ ਪ੍ਰਾਇੋਰਟੀ ਤੇ ਪਹਿਲ ਕਦਮੀ ਤੇ ਰੱਖੀਆਂ ਹੁੰਦੀਆਂ ਨੇ, ਪਰ ਅਸੀਂ ਖੁਸ਼ ਹੈਗੇ ਆ ਕਿ ਨਹੀਂ ਹੈਗੇ, ਜਾਂ ਮੈਂ ਖੁਸ਼ ਰਹਿਣਾ, ਇਹ ਵੀ ਸਾਡੀ ਜ਼ਿੰਦਗੀ ਦਾ ਇੱਕ ਜ਼ਰੂਰੀ ਕੰਮ ਹੋਣਾ ਚਾਹੀਦਾ ਅੱਜ ਦੇ ਸਮੇਂ ਦੇ ਵਿੱਚ, ਕਿ ਮੈਂ ਖੁਸ਼ ਰਹਿਣਾ। ਆਪਣੇ ਆਪ ਨੂੰ ਪੁੱਛਦੇ ਰਹੋ ਕਿ ਮੈਂ ਖੁਸ਼ ਹਾਂ ਜਾਂ ਮੈਂ ਕਿਵੇਂ ਖੁਸ਼ ਰਹਿਣਾ। ਛੋਟੇ ਛੋਟੇ ਜ਼ਿੰਦਗੀ ਦੇ ਮੌਕੇ ਲੱਭਦੇ ਰਹੋ ਜਿਹੜੇ ਤੁਹਾਨੂੰ ਖੁਸ਼ੀ ਦਿੰਦੇ ਹੋਣ। ਰੋਟੀ ਪਾਣੀ ਖਾਂਦੇ ਹੋਏ ਤੁਸੀਂ ਆਨੰਦ ਮਹਿਸੂਸ ਕਰੋ, ਕਿਉਂਕਿ ਜਿਹਦੇ ਲਈ ਅਸੀਂ ਸਾਰਾ ਦਿਨ ਭੱਜੇ ਫਿਰਦੇ ਹਾਂ। ਸੋ ਛੋਟੀਆਂ ਛੋਟੀਆਂ ਚੀਜ਼ਾਂ ਨੇ ਲਾਈਫ 'ਚ ਇੰਜੋਏ ਕਰਦੇ ਰਹੋ, ਖੁਸ਼ ਰਹੋ। ਇਹਨਾਂ ਗੱਲਾਂ ਬਾਤਾਂ ਦੇ ਨਾਲ ਅਸੀਂ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਹਾਂ। ਸਤਿ ਸ਼੍ਰੀ ਅਕਾਲ।